ਸ੍ਰੀ ਵਾਹਿਗੁਰੂ। ਗੁਰੂ ਨਾਨਕ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ किस प्रकार तुमने यो देखा मोको अचरजोत बिशिखा मुझे बिरतांत बतावो सारा सुनत शब्द पद ਦੁਤੀਏ ਉਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਸੁਲਤਾਨ ਕਹਾਉ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ गुरु की साजी और नवाजी हुई गुरु का खास रूप गुरु खालसा साध संगत तंता दे पात्र हो।
ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਕਰਕੇ ਗੁਰੂ ਕੀ ਸੰਗਤ ਨਸੀਬ ਹੁੰਦੀ ਹੈ। ਗੁਰੂ ਚਰਨਾਂ 'ਚ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦੇ 9ਵੇਂ ਸਵਰੂਪ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇੱਕ ਪਖੰਡੀ ਪੰਡਤ ਨੂੰ ਉਪਦੇਸ਼ ਦੇ ਰਹੇ ਨੇ, ਜੋ ਪਖੰਡ ਕਰ ਰਿਹਾ ਸੀ। ਪਾਤਸ਼ਾਹ ਨੇ ਇਹਦਾ ਪਖੰਡ ਖੰਡਦਿਆਂ ਹੋਇਆਂ ਪਾਵਨ ਸ਼ਬਦ ਰਾਗ ਧਨਾਸਰੀ ਵਿੱਚ ਉਚਾਰਨ ਕੀਤਾ ਹੈ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਕਾਲ ਮਹਿ ਰਾਮ ਨਾਮ ਸਾਰ, ਅੱਖੀ ਤਾਂ ਮੀਟਹਿ ਨਾਕ ਪਕੜੈ, ਠੱਗਣ ਕੋ ਸੰਸਾਰ। ਇਹ ਪਾਵਨ ਬਚਨ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤੇ ਨੇ, ਵਿਚਾਰੇ ਨੇ। ਜਦੋਂ ਪੰਡਤ ਨੇ ਸਤਿਗੁਰਾਂ ਦੇ ਬਚਨ ਸੁਣੇ, ਮਹਾਰਾਜ ਜੀ ਨੂੰ ਪੁੱਛਦਾ ਮੇਰੀ ਮਾਇਆ ਕਿੱਥੇ ਹੈ? ਪਾਤਸ਼ਾਹ ਕਹਿੰਦੇ ਪਿੱਛੇਲੇ ਪਾਸੇ ਆਪਣੇ ਜ਼ਮੀਨ ਖੋਦ ਕੇ ਵੇਖ। ਜਦੋਂ ਜ਼ਮੀਨ ਪੁੱਟੀ ਤੇ ਇਹਦਾ ਧਨ ਨੂੰ ਪ੍ਰਾਪਤ ਹੋ ਗਿਆ। ਪ੍ਰਾਪਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਇਸ ਧਨ ਦਾ ਕਿ ਇੱਥੇ ਪਿਆ ਹੈ? ਗੁਰਦੇਵ ਜੀ ਉਸ ਵਕਤ ਸ਼ਬਦ ਦਾ ਦੂਸਰਾ ਬੰਦ ਉਚਾਰਦੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ। ਸਤਿਗੁਰਾਂ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕਿਸ ਪ੍ਰਕਾਰ ਤੁਮਨੇ ਇਹ ਦੇਖਾ। ਕਹਿਣ ਲੱਗਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਧਨ ਇੱਥੇ ਪਿਆ ਸੀ? ਤੁਸੀਂ ਕਿਵੇਂ ਵੇਖ ਲਿਆ ਜ਼ਮੀਨ ਵਿੱਚ ਗੱਡਿਆ ਹੋਇਆ? ਮੋਕੋ ਅਚਰਜੋਤ ਬਿਸ਼ੇਖਾ। ਤੁਹਾਡੀ ਇਹ ਖੇਡ ਵੇਖ ਕੇ ਮੇਰੇ ਮਨ 'ਚ ਅਸਚਰਜ ਹੋ ਰਿਹਾ ਹੈ, ਮੇਰਾ ਮਨ ਹੈਰਾਨ ਹੋ ਰਿਹਾ। ਪੰਡਤ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਕਿ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਧਨ ਇੱਥੇ ਜ਼ਮੀਨ ਵਿੱਚ ਗੱਡਿਆ ਹੋਇਆ ਸੀ? ਮੁਝੇ ਬਿਰਤਾਂਤ ਬਤਾਵੋ ਸਾਰਾ। ਇਹ ਸੰਤ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਸਾਰਾ ਬਿਰਤਾਂਤ ਦੱਸੋ। ਸੁਨਤ ਸ਼ਬਦ ਪਦ ਦੁਤੀਏ ਉਚਾਰਾ। ਪੰਡਤ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਸ਼ਬਦ ਦਾ ਦੂਸਰਾ ਬੰਦ ਦੂਸਰਾ ਪਦਾ ਉਚਾਰਨ ਕੀਤਾ। ਸੁਣੋ ਜੀ। ਸ੍ਰੀ ਮੁਖ ਵਾਕ ਆਟ ਸੇਤੀ ਨਾਕ ਪਕੜੇ, ਸੂਝਤੇ ਤਿਨ ਲੋ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਦੂਸਰਾ ਬੰਦ ਆਟ। ਆਟ ਕਹਿੰਦੇ ਆ ਅੰਗੂਠੇ ਤੇ ਜਿਹੜੀ ਪਾਸਕੀ ਉਂਗਲ ਹੈ, ਇਹਨਾਂ ਦੋਨਾਂ ਦੇ ਨਾਲ ਨੱਕ ਨੂੰ ਫੜਨਾ ਨੂੰ ਆਟ ਦੇ ਨਾਲ ਨੱਕ ਪਕੜਨਾ ਕਹਿੰਦੇ। ਅੰਗੂਠਾ ਤੇ ਪਾਸਲੀ ਉਂਗਲ ਇਹਦੇ ਨਾਲ ਇਹ ਨੱਕ ਫੜਦੇ ਨੇ। ਆਟ ਸੇਤੀ ਨਾਕ ਪਕੜ ਹੈ। ਤੇ ਫਿਰ ਲੋਕਾਂ ਨੂੰ ਕਹਿੰਦੇ ਸਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੁੰਦੀ ਹੈ। ਸੂਝ ਤੇ ਤਿੰਨ ਲੋ। ਪਖੰਡ ਕਰਕੇ ਲੋਕਾਂ ਨੂੰ ਕਹਿੰਦੇ ਜੀ ਸਾਨੂੰ ਤ੍ਰਿਲੋਕੀ ਦਾ ਗਿਆਨ ਹੋ ਰਿਹਾ ਹੈ। ਤੇ ਨੱਕ ਦੇ ਜਿਹੜੀ ਅਗਲਾ ਹਿੱਸਾ ਹੈ ਉਹਨੂੰ ਅੰਗੂਠੇ ਤੇ ਉਂਗਲੀ ਨਾਲ ਪਕੜ ਲੈਂਦੇ, ਬੰਦ ਕਰ ਲੈਂਦੇ, ਅੱਖਾਂ ਮੀਚ ਲੈਂਦੇ ਤੇ ਕਹਿੰਦੇ ਜੀ ਸਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਰਹੀ ਹੈ। ਮਗਰ ਪਾਛੇ ਕਛ ਨਾ ਸੂਝੇ, ਏਓ ਪਦਮੇ ਆਲੋ। ਕਹਿੰਦੇ ਵੇਖੋ ਇਹਨਾਂ ਤਿੰਨਾਂ ਲੋਕਾਂ ਦੇ ਗਿਆਨ ਵਾਲੇ ਲੋਕਾਂ ਨੂੰ ਅੱਗੇ ਕੀ ਹੋਇਆ ਤੇ ਪਿੱਛੇ ਕੀ ਆ ਇਹਦੇ ਬਾਰੇ ਸੋਚੀ ਕੋਈ ਨਹੀਂ। ਉਦਾਂ ਤ੍ਰਿਲੋਕੀ ਦਾ ਕਹਿੰਦੇ ਸਾਨੂੰ ਗਿਆਨ ਹੈ। ਅੱਗਿਓਂ ਸਾਲਗ੍ਰਾਮ ਕਿਵੇਂ ਲੁਪਤ ਹੋ ਗਿਆ ਤੇ ਪਿੱਛੋਂ ਜ਼ਮੀਨ ਚੋਂ ਧਨ ਕਿਵੇਂ ਨਿਕਲਿਆ ਇਹਦਾ ਨਹੀਂ ਪਤਾ। ਉਦਾਂ ਕਹਿੰਦੇ ਸਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ। ਕਹਿੰਦੇ ਵੇ ਇਹ ਪਦਮ ਲੋਕ ਕਹਿੰਦੇ ਵੇਖੋ ਜੀ
ਬਿਨਾਂ ਸੂਰਜ ਤੋਂ ਇਹ ਕਮਲ ਦਾ ਫੁੱਲ ਖਿੜਿਆ ਹੋਇਆ। ਕਦੇ ਐਸਾ ਹੋ ਸਕਦਾ ਵੀ ਸੂਰਜ ਨਾ ਹੋਵੇ ਤੇ ਕਮਲ ਦਾ ਫੁੱਲ ਖਿੜੇ? ਨਹੀਂ ਨਾ ਹੋ ਸਕਦਾ। ਕਹਿੰਦੇ ਬਿਨਾਂ ਗਿਆਨ ਰੂਪੀ ਸੂਰਜ ਤੋਂ ਇਹ ਪਦਮ ਖਿੜਿਆ ਹੋਇਆ, ਨਹੀਂ ਹੋ ਸਕਦਾ। ਉਦਾਂ ਕਹਿੰਦੇ ਸਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਪਰ ਨਾ ਅੱਗੇ ਦਾ ਕੁਝ ਪਤਾ ਤੇ ਨਾ ਹੀ ਪਿੱਛੇ ਦੀ ਕੋਈ ਸੋਝੀ ਹੈ। ਜੋ ਪਈ ਸ਼੍ਰੀ ਪ੍ਰਭ ਪਨੇ ਵਿਪਰ ਸ਼ਰੁਤ ਸੁਨੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਪੰਡਤ ਜੀ ਸੁਣੋ, ਇਹ ਤੋ ਝੂਠ ਨਾ ਮੁਕਤੇ ਪਨੀਏ। ਏਡਾ ਵੱਡਾ ਝੂਠ ਨਹੀਂ ਮੂੰਹੋਂ ਬੋਲੀਦਾ, ਇੰਨਾ ਝੂਠ ਆਪਣੀ ਜ਼ੁਬਾਨੋਂ ਨਹੀਂ ਕਹੀਦਾ। ਮਗਰ ਪਿੱਛੇ ਕੀ ਸੁਧ ਨੇ ਜਾਨੀ। ਤੈਨੂੰ ਨਾ ਆਪਣੇ ਪਿੱਛੇ ਦੀ ਕੋਈ ਸੋਝੀ ਆ, ਨਾ ਤੈਨੂੰ ਆਪਣੇ ਅੱਗੇ ਦੀ ਕੋਈ ਸੋਝੀ ਆ ਵੀ ਤੇਰੇ ਅੱਗਿਓਂ ਕਿਹਨੇ ਸਾਲਗ੍ਰਾਮ ਚੁੱਕਿਆ ਹੈ, ਚੌਂਕੀ ਕਿਹਨੇ ਚੁੱਕੀ ਹੈ ਤੇ ਕਿਹਨੇ ਧਨ ਤੇਰੇ ਪਿਛਲੇ ਪਾਸੇ ਦੱਬ ਦਿੱਤਾ ਹੈ। ਤੈਨੂੰ ਇਹਦਾ ਕੋਈ ਵੀ ਗਿਆਨ ਨਹੀਂ ਹੈ। ਪੂਰਬ ਸੁਧ ਤ੍ਰੈ ਲੋਕ ਬਖਾਨੀ। ਤੇ ਲੋਕਾਂ ਨੂੰ ਕਹਿਣਾ ਵੀ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਮੈਂ ਤਿੰਨਾਂ ਲੋਕਾਂ ਦਾ ਗਿਆਨ ਜਾਣਦਾ, ਤੂੰ ਮੈਨੂੰ ਦੱਸਿਆ ਕਿ ਮੈਂ ਅੱਖਾਂ ਤਾਂ ਬੰਦ ਕਰਦਾ ਵੀ ਬਿਰਤੀ ਰੋਕ ਕੇ ਮੈਂ ਤਿੰਨਾਂ ਲੋਕਾਂ ਦਾ ਗਿਆਨ ਵੇਖਦਾ। ਤਰਲੋਕੀ 'ਚ ਕਿੱਥੇ ਕੀ ਹੁੰਦਾ ਮੈਂ ਵੇਖਦਾ। ਪਤਾ ਤੈਨੂੰ ਆਪਣੇ ਅੱਗੇ ਪਿੱਛੇ ਦਾ ਵੀ ਨਹੀਂ ਵੀ ਕੀ ਹੁੰਦਾ ਹੈ। ਉਦਾਂ ਲੋਕਾਂ ਨੂੰ ਕਹਿ ਰਿਹਾ ਕਿ ਮੈਂ ਤਰਲੋਕੀ ਦਾ ਗਿਆਨ ਰੱਖਦਾ ਹਾਂ। ਵਿਪਰ ਕਹੇ ਹਮ ਝੂਠੇ ਉਚਰਈ। ਪੰਡਤ ਅੱਗੋਂ ਸੱਚੋ ਸੱਚ ਬੋਲਿਆ, ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਜੀ ਮੈਂ ਝੂਠ ਹੀ ਬੋਲਦਾ ਸੀ। ਮੈਂ ਜਿਹੜੇ ਪਹਿਲਾਂ ਬੋਲੇ ਨੇ ਉਹ ਸਾਰੇ ਝੂਠ ਸਨ। ਭਗਤ ਦੰਭ ਕੀ ਨਿਤ ਪ੍ਰਤ ਕਰਈ। ਮੈਂ ਤਾਂ ਪਖੰਡ ਦੀ ਭਗਤੀ ਕਰਦਾ ਰੋਜ਼ ਮਹਾਰਾਜ, ਪਖੰਡ ਦੀ ਪੂਜਾ ਕਰਦਾ, ਮੈਂ ਤਾਂ ਪਖੰਡ ਹੀ ਕਰਦਾ ਜੋ ਕਰਦਾ। ਹੁਣ ਇਹ ਸੱਚੋ ਸੱਚ ਉਚਾਰ ਕੇ ਦੱਸਦਾ ਪਿਆ ਸਤਿਗੁਰਾਂ ਨੂੰ, ਕਹਿੰਦਾ ਜੀ ਮੈਂ ਤਾਂ ਪਖੰਡ ਦੀ ਭਗਤੀ ਕਰਦਾ ਰੋਜ਼, ਪਖੰਡ ਨੂੰ ਪੂਜਦਾ ਹਾਂ। ਝੂਠੀ ਹੈ ਕਰਤੂਤ ਹਮਾਰੀ। ਮਹਾਰਾਜ ਜੀ ਮੇਰੀ ਜਿਤਨੀ ਵੀ ਕਰਤੂਤ ਹੈ ਸਭ ਝੂਠੀ ਹੈ। ਵਿਖਾਉਂਦਾ ਕੁਝ ਹੋਰ ਆ ਤੇ ਅੰਦਰੋਂ ਕੁਝ ਹੋਰ ਆ। ਮੇਰੀਆਂ ਇਹ ਜਿੰਨੀਆਂ ਵੀ ਕਰਤੂਤਾਂ ਨੇ ਮਹਾਰਾਜ ਜੀ ਇਹ ਸਾਰੀਆਂ ਝੂਠੀਆਂ ਤੇ ਵਿਖਾਵੇ ਦੀਆਂ ਨੇ। ਤਨ ਆਸਾ ਕੇ ਇਹ ਵਿਵਹਾਰੀ। ਇਹ ਜਿਹੜਾ ਵਿਵਹਾਰ ਮੈਂ ਕਰਦਾ ਹਾਂ ਇਹ ਵਿਖਾਵਾ ਕਰਦਾ ਕੇਵਲ ਧਨ ਦੀ ਆਸਾ ਰੱਖ ਕੇ ਕਿ ਲੋਕ ਮੇਰੇ ਕੋਲ ਧਨ ਹਾਜ਼ਰ ਕਰਨਗੇ, ਮਾਇਆ ਅਰਦਾਸੇ ਕਰਾਉਣਗੇ, ਭੇਟਾ ਕਰਨਗੇ। ਮੈਂ ਕੇਵਲ ਇਸ ਵਾਸਤੇ ਇਦਾਂ ਦਾ ਇਹ ਪਖੰਡ ਕਰਕੇ ਲੋਕਾਂ ਨੂੰ ਵਿਖਾਲਦਾ ਹਾਂ। ਦੋਹਰਾ ਸੁਨੀਏ ਦਿਜ ਜਿਨ ਹਿਰਦੇ ਸੱਚ ਸੀ ਸਭ ਜਾਣੀ ਜਾਣ। ਇਹਨੇ ਪੁੱਛਿਆ ਨਾ ਮਹਾਰਾਜ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਧਨ ਪਿੱਛੇ ਪਿਆ ਮੇਰੇ? ਮਹਾਰਾਜ ਜੀ ਕਹਿਣ ਲੱਗੇ, ਪੰਡਤ ਜੀ ਸੁਣੋ, ਜਿਨ੍ਹਾਂ ਦੇ ਹਿਰਦੇ 'ਚ ਸੱਚ ਹੁੰਦਾ ਨਾ ਉਹ ਸਭ ਪ੍ਰਕਾਰ ਨਾਲ ਜਾਣੀ ਜਾਣ ਹੋ ਜਾਂਦੇ ਨੇ। ਕਿੱਥੇ ਕੀ ਵਰਤਦਾ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ 'ਚ ਸੱਚ ਆ ਉਹ ਜਾਣੀ ਜਾਣ ਹੁੰਦੇ ਨੇ ਪੰਡਤ ਜੀ। ਉਹ ਜਾਣ ਲੈਂਦੇ ਆ ਸਭ ਕੁਝ ਕਿ ਕੀ ਵਰਤ ਰਿਹਾ ਹੈ। ਹਰ ਕੇ ਪ੍ਰੀਤਮ ਭਗਤ ਜੇ ਕਰੇ ਨ ਕਉ ਵਖਾਨ। ਪਰ ਜਿਹੜੇ ਹਰੀ ਦੇ ਭਗਤ ਤੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਲੋਕਾਂ ਵਿੱਚ ਪ੍ਰਚਾਰ ਨਹੀਂ ਕਰਦੇ ਫਿਰਦੇ ਕਹਿ ਕੇ ਕਿ ਮੈਂ ਸਾਨੂੰ ਸਾਰਾ ਕੁਝ ਪਤਾ ਜੀ, ਆਓ ਅਸੀਂ ਤੁਹਾਨੂੰ ਦੱਸਦੇ ਹਾਂ। ਉਹ ਜਾਣਦੇ ਸਭ ਕੁਝ ਨੇ, ਪਰ ਸਭ ਕੁਝ ਜਾਣਦਿਆਂ ਹੋਇਆਂ ਵੀ ਭੋਲੇ ਬਣ ਕੇ ਅਣਜਾਣ ਬਣ ਕੇ ਰਹਿੰਦੇ ਆ। ਉਹ ਲੋਕਾਂ ਦੇ ਵਿੱਚ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਭਗਤ ਨੇ ਉਹ ਸਭ ਕੁਝ ਜਾਣਦਿਆਂ ਹੋਇਆਂ ਲੋਕਾਂ ਵਿੱਚ ਪ੍ਰਚਾਰ ਨਹੀਂ ਕਰਦੇ। ਕਹਿੰਦੇ ਨਹੀਂ ਹਨ ਬੋਲ ਬੋਲ ਕੇ ਕਿ ਸਾਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ। ਉਹ ਗੁਪਤ ਰਹਿੰਦੇ ਨੇ ਜਿਨ੍ਹਾਂ ਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਵੇ। ਜੋ ਪਈ ਸਭ ਜਗ ਵਿਖੇ ਦਰਬ ਹੈ ਜੋ। ਜਿਤਨਾ ਧਨ ਹੈ ਇਸ ਸਾਰੇ ਜਗਤ ਦੇ ਵਿੱਚ ਸੰਸਾਰ ਵਿੱਚ ਧਰਾ ਮਾਹੇ ਪਹਿਚਾਨੋ ਸੋ। ਉਹ ਸਾਰਾ ਧਨ ਧਰਤੀ ਚੋਂ ਹੀ ਪੈਦਾ ਹੁੰਦਾ ਤੇ ਬਹੁਤ ਸਾਰਾ ਧਨ ਇਸ ਧਰਤੀ ਦੇ ਵਿੱਚ ਹੀ ਦੱਬਿਆ ਹੋਇਆ ਹੈ। ਗਾਡ ਗਾਡ ਬਹੁ ਮਰ ਮਰ ਗਏ। ਕਿਉਂਕਿ ਬੜੇ ਨੇ ਜਿਹੜੇ ਧਨ ਧਰਤੀ ਵਿੱਚ ਗੱਡ ਗੱਡ ਕੇ ਮਰ ਕੇ ਚਲੇ ਗਏ। ਮਹਾਰਾਜ ਜੀ ਕਹਿੰਦੇ ਪੰਡਤ ਜੀ ਇਹ ਸਾਰਾ ਅੰਨ ਧਨ ਇਸ ਧਰਤੀ ਚੋਂ ਹੀ ਪੈਦਾ ਹੁੰਦਾ ਹੈ ਤੇ ਉਦਾਂ ਵੀ ਇਸ ਧਰਤੀ ਵਿੱਚ ਬਹੁਤ ਸਾਰਾ ਧਨ ਜਿਹੜਾ ਉਹ ਦੱਬਿਆ ਹੋਇਆ ਹੈ। ਬੜੇ ਨੇ ਜਿਹੜੇ
ਇਸ ਜ਼ਮੀਨ 'ਚ ਧਨ ਗੱਡ ਕੇ ਮਰ ਗਏ, ਚਲੇ ਗਏ ਤੇ ਮੁੜ ਕੇ ਕਿਸੇ ਨੂੰ ਦੱਸ ਹੀ ਨਹੀਂ ਸਕੇ ਅਸੀਂ ਗੱਡਿਆ ਹੋਇਆ ਫਲਾਣੀ ਜਗ੍ਹਾ ਤੇ। ਇਉਂ ਸੰਸਾਰ ਤੋਂ ਦਬ ਕੇ ਚਲੇ ਗਏ। ਆਗੇ ਕਿਨੋ ਸੰਗ ਨ ਲਏ। ਔਰ ਅੱਗੇ ਨਾਲ ਨਹੀਂ ਕੋਈ ਲੈ ਕੇ ਗਿਆ ਪੰਡਤ। ਜਿਹਨੇ ਵੀ ਕਿਸੇ ਨੇ ਜੋੜਿਆ ਸੀ ਇਕੱਠਾ ਕਰਕੇ ਧਰਤੀ 'ਚ ਗੱਡਿਆ, ਅੱਗੇ ਨਹੀਂ ਨਾਲ ਕੋਈ ਲੈ ਕੇ ਗਿਆ। ਖਾਇਓ ਕਿਨੋ ਨ ਆਗੇ ਗਇਓ। ਨਾ ਕਿਸੇ ਨੇ ਖਾਧਾ ਤੇ ਨਾ ਹੀ ਉਹ ਅੱਗੇ ਨਾਲ ਕੋਈ ਲੈ ਕੇ ਗਿਆ, ਇੱਥੇ ਹੀ ਧਰਿਆ ਰਹਿ ਗਿਆ। ਧਰਨੀ ਵਿਖੇ ਦਫਨ ਸੋ ਪਇਓ। ਉਹ ਧਰਤੀ 'ਚ ਹੀ ਦੱਬਿਆ ਰਹਿ ਗਿਆ, ਨਾ ਖਾ ਸਕੇ, ਨਾ ਵੰਡ ਸਕੇ, ਨਾ ਨਾਲ ਲੈ ਸਕੇ, ਇੱਥੇ ਹੀ ਜ਼ਮੀਨ ਵਿੱਚ ਗੱਡਿਆ ਹੋਇਆ ਛੱਡ ਕੇ ਚਲੇ ਗਏ। ਖਾਇਓ ਅੰਨ ਪੀਓ ਮੁਖ ਪਾਣੀ। ਅੰਨ ਖਾਦਾ ਤੇ ਮੂੰਹ ਤੋਂ ਪਾਣੀ ਪੀਤਾ। ਚੀਰ ਹੰਡਾਏ ਔਦ ਬਿਹਾਨੀ। ਚੰਗੇ ਕੱਪੜੇ ਪਾ ਕੇ ਸਰੀਰ ਤੇ ਹੰਡਾਏ ਤੇ ਆਪਣੀ ਉਮਰ ਬਤੀਤ ਕਰ ਗਏ, ਖਾਣ ਵਿੱਚ ਪਹਿਨਣ ਵਿੱਚ, ਔਰ ਕੇਵਲ ਇਸੇ ਵਿੱਚ ਹੀ ਆਪਣੀ ਜ਼ਿੰਦਗੀ ਬਸਰ ਕਰਕੇ ਚਲੇ ਗਏ। ਸੋਏ ਨਾ ਖਾਏ ਨਾ ਚਾਂਦੀ ਖਾਈ। ਇਹ ਦੱਸ ਪੰਡਤ, ਜਿਹੜਾ ਸੋਨਾ ਤੇ ਚਾਂਦੀ ਹੈ ਲੋਕਾਂ ਨੇ ਦੱਬਿਆ ਧਰਤੀ 'ਚ, ਖਾਂਦਾ ਤਾਂ ਰੋਟੀ ਹੈ, ਪੀਂਦਾ ਪਾਣੀ ਹੈ, ਪਹਿਨਦਾ ਕੱਪੜੇ ਹੈ। ਹੁਣ ਉਹ ਸੋਨਾ ਚਾਂਦੀ ਨਾ ਖਾਣ ਦੇ ਕੰਮ ਆਵੇ, ਪਹਿਨਣ ਵਾਸਤੇ ਤਾਂ ਲੋਕਾਂ ਨੇ ਉਦਾਂ ਹੀ ਸ਼ੌਂਕ ਜਿਹਾ ਬਣਾਇਆ ਹੁੰਦਾ ਹੈ। ਅਸਲੀਅਤ ਵਿੱਚ ਤਾਂ ਉਹ ਪਹਿਰਨ ਦੇ ਨਾਲ ਉਹਦੇ ਨਾਲ ਕੋਈ ਸਰੀਰ ਤਾਂ ਨਹੀਂ ਕੱਜਿਆ ਜਾਂਦਾ, ਤਾਂ ਵਿਖਾਵਾ ਹੀ ਹੁੰਦਾ ਨਾ ਇੱਕ ਪ੍ਰਕਾਰ ਦਾ ਕਿ ਮੇਰੇ ਕੋਲ ਸੋਨਾ ਚਾਂਦੀ ਹੈ। ਮਹਾਰਾਜ ਕਹਿੰਦੇ ਨਾ ਇਹ ਖਾਧਾ ਜਾਵੇ, ਨਾ ਸੋਨਾ ਖਾਧਾ ਜਾਂਦਾ, ਨਾ ਚਾਂਦੀ ਖਾਧੀ ਜਾਂਦੀ ਹੈ। ਧਰਨੀ ਦਫਨ ਕੀਏ ਤਜ ਜਾਈ। ਇਹਨੂੰ ਧਰਤੀ 'ਚ ਹੀ ਦੱਬ ਕੇ ਚਲੇ ਜਾਂਦੇ ਆ, ਧਰਤੀ 'ਚ ਹੀ ਦੱਬਿਆ ਰਹਿ ਜਾਂਦਾ ਹੈ ਤੇ ਇੱਥੇ ਹੀ ਦੱਬਿਆ ਹੋਇਆ ਛੱਡ ਕੇ ਚਲੇ ਜਾਂਦੇ ਨੇ। ਜਗ ਕੇ ਕਾਜ ਚਲਾਵਨ ਕਾਰਨ। ਮਹਾਰਾਜ ਜੀ ਕਹਿੰਦੇ ਸੰਸਾਰ ਦੇ ਜਿਹੜੇ ਕੰਮ ਨੇ, ਕਾਰਜ ਨੇ, ਉਹਨਾਂ ਨੂੰ ਚਲਾਵਣੇ ਲਈ ਧਨ ਕੀਏ ਕਰਨ ਸਰਬ ਵਿਵਹਾਰਨ। ਪਰਮੇਸ਼ਰ ਨੇ ਧਨ ਪੈਦਾ ਕੀਤਾ ਤਾਂ ਜੋ ਜਗਤ ਦੇ ਵਿਵਹਾਰ ਚੱਲ ਸਕਣ। ਇਸ ਵਾਸਤੇ ਥੋੜੀ ਆ ਵੀ ਧਨ ਵਾਸਤੇ ਹੀ ਸਾਰੀ ਜ਼ਿੰਦਗੀ ਬਤੀਤ ਕਰ ਦੇਵੇ। ਧਨ ਸੰਸਾਰ ਦੇ ਕੰਮਕਾਰਾਂ ਵਾਸਤੇ ਚਾਹੀਦਾ, ਸੰਸਾਰ ਦੇ ਵਿਵਹਾਰ ਇਸ ਧਨ ਦੇ ਕਾਰਨ ਚੱਲਦੇ ਹਨ। ਸੰਤ ਭਗਤ ਜੋ ਉਰ ਸਚਿਆਰੂ। ਪਰ ਜਿਹੜੇ ਪਰਮੇਸ਼ਰ ਦੇ ਸੰਤ ਭਗਤ ਨੇ ਤੇ ਹਿਰਦੇ 'ਚ ਸਚਿਆਰ ਬਿਰਤੀ ਰੱਖਦੇ ਨੇ, ਗੁਪਤ ਪ੍ਰਗਟ ਸੇ ਜਾਣਨ ਹਾਰੂ। ਉਹ ਗੁਪਤ ਪ੍ਰਗਟ ਸਭ ਕੁਝ ਜਾਣਦੇ ਨੇ। ਕਿੱਥੇ ਗੁਪਤ ਕੀ ਹੈ ਤੇ ਪ੍ਰਗਟ ਕੀ ਹੈ, ਉਹ ਸਭ ਕੁਝ ਜਾਣਨੇ ਵਾਲੇ ਹੁੰਦੇ ਹਨ। ਕਿਤੇ ਅਸੰਖ ਪਦਮ ਤਨ ਜੋ। ਇਤਨੇ ਹੀ ਅਸੰਖ ਪਦਮ, ਗਿਣਤੀ ਕੋਈ ਨਹੀਂ, ਇਤਨਾ ਧਨ। ਸਭ ਧਰਨੀ ਮੈਂ ਗਾੜਿਓ ਸੋ। ਇਸ ਧਰਤੀ 'ਚ ਪਰਮੇਸ਼ਰ ਨੇ ਸਮੋ ਕੇ ਰੱਖਿਆ। ਇਸ ਧਰਤੀ ਵਿੱਚ ਹੀ ਪਤਾ ਨਹੀਂ ਕਿਤਨੇ ਅਸੰਖ ਧਨ ਦੱਬਿਆ ਹੋਇਆ। ਆ ਜਿਹੜਾ ਧਰਤੀ ਵਿੱਚੋਂ ਕਈ ਤਰ੍ਹਾਂ ਦੇ ਖਣਿਜ ਨਿਕਲਦੇ ਆ, ਕਿਤੋਂ ਕੋਲਾ ਨਿਕਲ ਰਿਹਾ, ਕਿਤੋਂ ਤੇਲ ਨਿਕਲ ਰਿਹਾ, ਇਹ ਧਨ ਹੀ ਹੈ। ਕੋਈ ਗਿਣਤੀ ਮਿਣਤੀ ਹੈ? ਕਿਤੇ ਫਸਲਾਂ ਪੈਦਾ ਹੋ ਰਹੀਆਂ ਨੇ, ਉੱਗ ਰਹੀਆਂ ਨੇ, ਕਿਤੇ ਫਲ ਪੈਦਾ ਹੋ ਰਹੇ ਨੇ, ਧਨ ਹੀ ਹੈ ਜਿਹੜਾ ਧਰਤੀ 'ਚੋਂ ਪੈਦਾ ਹੋ ਰਿਹਾ। ਇਹਦੇ ਤੋਂ ਇਲਾਵਾ ਪ੍ਰਤੱਖ ਰੂਪ ਦੇ ਵਿੱਚ ਵੀ ਕਿਤਨੇ ਹੀ ਲੋਕ ਨੇ ਜਿਹੜੇ ਇਸ ਧਰਤੀ ਵਿੱਚ ਧਨ ਗੱਡ ਕੇ ਹੀ ਮਰ ਗਏ, ਕਿਉਂਕਿ ਉਦੋਂ ਲੋਕਾਂ ਕੋਲ ਬੈਂਕ ਹੀ ਇਹ ਸੀ, ਜ਼ਮੀਨ ਪੁੱਟਣੀ, ਥੱਲੇ ਗੱਡ ਦੇਣਾ, ਮੁੜ ਕੇ ਬਿਨਾਂ ਕਿਸੇ ਨੂੰ ਦੱਸੇ ਮਰ ਮੁੱਕ ਜਾਣਾ ਤੇ ਉੱਥੇ ਹੀ ਦੱਬਿਆ ਰਹਿ ਜਾਣਾ। ਜਦੋਂ ਪੰਥ ਨੇ ਕਸੂਰ ਫਤਿਹ ਕੀਤਾ, ਖਾਲਸੇ ਨੇ, ਉੱਥੇ ਇੱਕ ਦਿਲੇ ਰਾਮ ਦੀ ਹਵੇਲੀ ਸੀ। ਉਹ ਦਿਲੇ ਰਾਮ ਨੇ ਆਪਣੀ ਹਵੇਲੀ 'ਚ ਹੀ ਕਰੋੜਾਂ ਰੁਪਈਆ ਇਕੱਠਾ ਕਰਕੇ ਰੱਖਿਆ ਸੀ। ਤੋਂ ਪੰਥ ਨੇ ਜਦੋਂ ਕਾਫੀ ਉੱਥੇ ਮੁੱਦਾ ਬਣਿਆ ਸੀ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਭਰਾਵਾਂ ਦਾ, ਤੇ ਪੰਥ ਦਾ ਉੱਥੇ ਕਾਫੀ ਵਿਵਾਦ ਵੀ ਹੋਇਆ ਸੀ। ਉਹ ਧਰਤੀ ਵਿੱਚੋਂ ਹੀ ਕਿੰਨਾ ਧਨ ਕੱਢ ਕੇ ਜਦੋਂ ਸਰਹੰਦ ਫਤਿਹ ਕੀਤੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ, ਸਰਹੰਦ ਉਜਾੜੀ ਨਹੀਂ। ਜੱਸਾ ਸਿੰਘ ਆਹਲੂਵਾਲੀਆ ਸਾਹਿਬ ਨੇ, ਜੋ ਪੰਥ ਦੇ ਚੌਥੇ ਜਰਨੈਲ ਸਨ, ਉਹਨਾਂ ਨੇ ਜਦੋਂ ਸਰਹੰਦ ਫਤਿਹ ਕੀਤੀ ਤੇ ਮੁੜ ਕੇ ਗਧਿਆਂ ਦੇ ਪਿੱਛੇ ਹਲ ਪਾ ਕੇ ਤੇ ਸਰਹੰਦ ਵਾਹੀ, ਔਰ ਸਰਹੰਦ ਦਾ ਕਿਲਾ ਢਾਹ ਕੇ ਜਦੋਂ ਥੱਲਿਓਂ ਜ਼ਮੀਨ ਪੁੱਟੀ ਤੇ ਬਹੁਤ ਸਾਰਾ ਧਨ ਥੱਲਿਓਂ ਵੀ ਜ਼ਮੀਨ 'ਚੋਂ ਪ੍ਰਗਟ ਹੋਇਆ ਖਜ਼ਾਨਾ। ਸੋ ਕਹਿਣ ਤੋਂ ਭਾਵ ਅਕਸਰ ਲੋਕ ਧਨ ਜ਼ਮੀਨ 'ਚ ਹੀ ਦੱਬਦੇ ਸਨ ਉਹਨਾਂ ਵੇਲਿਆਂ 'ਚ। ਮਹਾਰਾਜ ਜੀ ਕਹਿੰਦੇ ਕਿਤਨਾ ਅਸੰਖ ਅਣਗਿਣਤ ਧਨ
ਉਹ ਜ਼ਮੀਨ 'ਚ ਦਬ ਦਬਾ ਕੇ ਲੋਕ ਮਰ ਮੁੱਕ ਕੇ ਚਲੇ ਗਏ। ਜਾਣੇ ਸੰਤ ਰਾਮ ਕੇ ਪਿਆਰੇ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਰੱਬ ਦੇ ਸੰਤ, ਉਹਨਾਂ ਨੂੰ ਸਭ ਪਾਸੇ ਪਤਾ ਕਿੱਥੇ ਕੀ ਹੈ। ਉਹਨਾਂ ਨੂੰ ਗੁਪਤ ਪ੍ਰਗਟ ਸਭ ਕੁਝ ਉਹ ਜਾਣਦੇ ਹਨ। ਜੈ ਨਿਜ ਹਿਰਦੇ ਸਮਾਈ ਤਾਰੇ, ਪਰ ਉਹ ਸਭ ਕੁਝ ਜਾਣਦੇ ਹੋਏ ਵੀ ਆਪਣਾ ਆਪ ਨਹੀਂ ਜਣਾਉਂਦੇ, ਗੁਪਤ ਹੋ ਕੇ ਰਹਿੰਦੇ ਆ। ਉਹ ਜਾਣਦੇ ਸਭ ਕੁਝ ਨੇ ਪਰ ਫਿਰ ਵੀ ਕਦੇ ਆਪਣਾ ਆਪਾ ਨਹੀਂ ਜਣਾਉਂਦੇ। ਖਾਲਸਾ ਜੀ, ਇਹ ਅਵਸਥਾ ਗੁਰਮੁਖਾਂ ਦੀ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਆਪਣਾ ਆਪਾ ਨਾ ਜਣਾਉਣਾ ਕਿ ਮੈਂ ਕੁਝ ਜਾਣਦਾ। ਅਣਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ। ਇਹ ਅਵਸਥਾ ਗੁਰਮੁਖਾਂ ਦੀ ਹੈ। ਜਿਹੜਾ ਕਹਿੰਦਾ ਮੈਂ ਬੜਾ ਕੁਝ ਜਾਣਦਾ, ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ 'ਚ ਉਹਨੂੰ ਕੱਖ ਨਹੀਂ ਪਤਾ। ਪਾਤਸ਼ਾਹ ਦੇ ਬਚਨ ਨੇ, ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਜਿਹੜਾ ਕਹਿੰਦਾ ਮੈਂ ਜਾਣਦਾ, ਮਹਾਰਾਜ ਕਹਿੰਦੇ ਉਹੀ ਅਣਜਾਣ ਹੈ। ਜਿਹੜਾ ਜਾਣ ਜਾਂਦਾ ਉਹ ਲੁਕਿਆ ਨਹੀਂ ਰਹਿੰਦਾ, ਪ੍ਰਗਟ ਹੋ ਜਾਂਦਾ। ਪਰ ਰੱਬ ਦੇ ਪਿਆਰੇ ਸਭ ਕੁਝ ਜਾਣਦੇ ਹੋਏ ਵੀ ਆਪਣਾ ਆਪ ਨਹੀਂ ਜਣਾਉਂਦੇ। ਉਹ ਕਹਿੰਦੇ ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਲੋਕੋ, ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਮੈਂ ਛੁਪਿਆ ਰਵਾਂ ਤੇ ਛੁਪਿਆ ਹੀ ਟੁਰ ਜਾਵਾਂ, ਪਰ ਮੇਰੀ ਇੱਛਾ ਕਿਤੇ ਪੂਰਨ ਨਹੀਂ ਪਈ ਹੁੰਦੀ। ਬੁੱਲੇ ਸ਼ਾਹ ਕਹਿੰਦਾ ਚੱਲ ਬੁੱਲਿਆ ਆਪਾਂ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਮੈਨੂੰ ਜਾਣੇ ਤੇ ਨਾ ਕੋਈ ਮੇਰੀ ਮੰਨੇ। ਯਾਨੀ ਕਿ ਇਹੋ ਜੀ ਜਗ੍ਹਾ ਤੇ ਚਲੇ ਜਾਵਾਂ ਜਿੱਥੇ ਮੇਰੇ ਬਾਰੇ ਇਹ ਨਾ ਪਤਾ ਹੋਵੇ ਵੀ ਇਹ ਫਕੀਰ ਬੁੱਲੇ ਸ਼ਾਹ ਹੈ। ਜਿਹੜੇ ਜਾਣ ਲੈਂਦੇ ਆ ਉਹ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਕੁਝ। ਔਰ ਇਹਦੇ ਵਿੱਚ ਇੱਕ ਬੜਾ ਸਵਾਦ ਹੈ ਕਿ ਤੁਸੀਂ ਜਾਣਦਿਆਂ ਹੋਇਆਂ ਵੀ ਅਣਜਾਣ ਬਣ ਕੇ, ਭੋਲੇ ਬਣ ਕੇ ਰਹੋ। ਇਹ ਧਰਮ ਦੇ ਰਾਹ ਤੇ ਚੱਲਣ ਦਾ ਬੜਾ ਸੁਖੱਲਾ ਰਸਤਾ ਹੈ। ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰੇ ਸਭ ਕੁਝ ਜਾਣਦੇ ਆ। ਜਾਣੈ ਸੰਤ ਰਾਮ ਕੇ ਪਿਆਰੇ, ਜਿਹ ਨਿਜ ਹਿਰਦੈ ਸਮਾਈ ਧਾਰੇ। ਜਾਣਦੇ ਹੋਏ ਵੀ ਸਭ ਕੁਝ ਆਪਣੇ ਅੰਦਰ ਹੀ ਲੁਕਾ ਕੇ ਰੱਖਦੇ ਐ। ਉਹ ਅਣਜਾਣ ਜੇ ਹੋਏ ਸੰਸਾਰ ਵਿੱਚ ਪ੍ਰਗਟ ਹੁੰਦੇ ਹਨ। ਵਿਪਰ ਕਏ ਜੀਤੇ ਨਰ ਅਹੈ। ਅੱਗੋਂ ਪੰਡਤ ਬੋਲਿਆ, ਕਹਿਣ ਲੱਗਾ ਸੰਤ ਜੀ ਜਿੰਨੇ ਵੀ ਲੋਕ ਨੇ ਸੰਸਾਰ ਵਿੱਚ, ਸਭੇ ਪ੍ਰੀਤ ਕਰ ਧਨ ਕੋ ਚਹੈ। ਸਾਰੇ ਧਨ ਦੀ ਪ੍ਰੀਤ ਰੱਖਦੇ ਐ। ਸਾਰਿਆਂ ਦੇ ਮਨਾਂ 'ਚ ਧਨ ਦਾ ਪ੍ਰੀਤ, ਧਨ ਦਾ ਪ੍ਰੇਮ ਹੈ। ਕਿਹਨੂੰ ਧਨ ਚੰਗਾ ਨਹੀਂ ਲੱਗਦਾ। ਇਹ ਬਿਰਤੀ ਸਭ ਦੇ ਹਿਰਦੇ 'ਚ ਸਭ ਨੂੰ ਭਾਉਂਦੀ ਹੈ। ਬਨਾਰਸ ਦੇ ਨੇੜੇ ਇੱਕ ਨਗਰ ਦੇ ਵਿੱਚ ਇੱਕ ਕੰਜੂਸ ਸ਼ਾਹੂਕਾਰ ਰਹਿੰਦਾ, ਧਨ ਨਾਲ ਪਿਆਰ ਕਰਨ ਵਾਲਾ। ਨਾ ਤਾਂ ਉਹਦਾ ਕੁਝ ਹੋਰ ਸੀ, ਪਰ ਲੋਕਾਂ ਨੇ ਕੰਜੂਸ ਹੋਣ ਕਰਕੇ ਉਹਦਾ ਨਾਂ ਪਾ ਦਿੱਤਾ ਦਾਨ ਚੰਦ। ਉਲਟਾ ਵੀ ਬੜਾ ਦਾਨ ਕਰਦਾ, ਦਾਨ ਚੰਦ। ਪਰ ਹੈ ਸੀ ਬਿਲਕੁਲ ਉਹਦੇ ਤੋਂ ਉਲਟ। ਇਹਦੀ ਘਰਵਾਲੀ ਇਹਨੂੰ ਕਹਿਣ ਲੱਗੀ, ਪਤੀ ਪਰਮੇਸ਼ਰ, ਆਪਣੇ ਨੇੜੇ ਇਤਨੀ ਵੱਡੀ ਪਵਿੱਤਰ ਨਗਰੀ ਬਨਾਰਸ ਕਦੇ ਜਾ ਕੇ ਤੂੰ ਇਸ਼ਨਾਨ ਕਰਨ ਨਹੀਂ ਗਿਆ, ਇਸ ਡਰ ਥੁਣੋ ਵੀ ਮੇਰੇ ਕੋਲੋਂ ਕੋਈ ਦਾਨ ਨਾ ਮੰਗ ਲੇ। ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਏ। ਇੱਕ ਵਾਰੀ ਪਹਿਲਾਂ ਜਾ ਕੇ ਉੱਥੇ ਗੰਗਾ 'ਚ ਇਸ਼ਨਾਨ ਹੀ ਕਰਿਆ। ਦਾਨ ਚੰਦ ਕਹਿੰਦਾ ਭਾਗਵਾਨ ਨੇ ਮੈਂ ਤੇਰੀ ਗੱਲ ਮੰਨਾਂਗਾ। ਟਾਲਾ ਮਟੋਲਾ ਕਰਦਾ ਰਿਹਾ। ਇੱਕ ਦਿਨ ਇਹਨੇ ਹੌਸਲਾ ਜਿਹਾ ਕਰ ਹੀ ਲਿਆ। ਡਰ ਇਸ ਕਰਕੇ ਨਹੀਂ ਸੀ ਜਾਂਦਾ ਵੀ ਉੱਥੇ ਜਾਵਾਂਗਾ ਕੋਈ ਨਾ ਕੋਈ ਪੰਡਤ ਦਾਨ ਮੰਗੇਗਾ ਮੇਰੇ ਕੋਲੋਂ ਤੇ ਮੈਂ ਦਾਨ ਦੇਣਾ ਕੋਈ ਨਹੀਂ। ਕੰਜੂਸ ਸੀ। ਪੈਦਲ ਗਿਆ, ਘਰੋਂ ਕੋਈ ਸਾਧਨ ਨਹੀਂ ਲਿਆ। ਸੱਜੇ ਖੱਬੇ ਕਿਸੇ ਪਾਲਕੀ ਵਾਲੇ ਨੂੰ ਨਹੀਂ ਬੁਲਾਇਆ, ਵੀ ਕਿਸੇ ਖੱਚਰ ਵਾਲੇ ਨੂੰ ਨਹੀਂ ਸੱਦਿਆ ਵੀ ਉਹਨੂੰ ਕਿਰਾਇਆ ਦੇਣਾ ਪੈਣਾ। 5-4 ਕੋਹ ਦਾ ਪੈਂਡਾ ਸੀ, ਪੈਦਲ ਟੁਰ ਕੇ ਗਿਆ। ਇਹਨੇ ਪਹਿਲਾਂ ਘਾਟ ਤੇ ਨਹੀਂ ਗਿਆ, ਉੱਥੇ 84-80 ਘਾਟ ਨੇ, ਘਾਟਾਂ ਤੇ ਨਹੀਂ ਗਿਆ। ਇਹ ਸਾਰੇ ਘਾਟਾਂ ਨੂੰ ਛੱਡ ਕੇ ਉੱਥੇ ਗਿਆ ਜਿੱਥੇ ਹਰੀਸ਼ ਚੰਦਰ ਘਾਟ ਸੀ। ਉੱਥੇ ਕਦੇ ਕਦੇ ਕੋਈ ਮਰਦਾ ਤੇ ਆਉਂਦਾ ਸੀ। ਉੱਥੇ ਜਾ ਕੇ ਵੇਖਿਆ ਵੀ ਕੋਈ ਪੰਡਤ ਨਹੀਂ ਹੋਣਾ। ਇੱਥੇ ਵੇਖਿਆ ਸੱਜੇ ਖੱਬੇ ਵੀ ਕੋਈ ਪੰਡਤ ਨਹੀਂ। ਇੱਥੇ ਇਸ਼ਨਾਨ ਕਰਕੇ ਬਾਹਰ ਨਿਕਲਿਆ ਤੇ ਕਿਸੇ ਨੇ ਦਾਨ ਨਹੀਂ ਮੰਗਣਾ। ਜਦੋਂ ਚੁੱਭਾ ਮਾਰਿਆ ਤੇ ਉਧਰੋਂ ਭਗਵਾਨ ਨੇ ਪੰਡਤ ਦਾ ਰੂਪ ਧਾਰਨ ਕੀਤਾ।
ਉਹ ਕੰਡੇ ਤੇ ਆਣ ਖਲੋਤਾ। ਇਹ ਬਾਹਰ ਨਿਕਲਿਆ ਤੇ ਵੇਖ ਕੇ ਹੱਕਾ ਬੱਕਾ ਰਹਿ ਗਿਆ ਵੀ ਚੁੱਭਾ ਮਾਰਦਿਆਂ ਪਹਿਲਾਂ ਤਾਂ ਪੰਡਤ ਕੋਈ ਨਹੀਂ ਸੀ, ਇਹ ਕਿੱਥੋਂ ਉੱਤਰ ਆਇਆ। ਕਹਿਣ ਲੱਗਾ ਜਜਮਾਨ। ਹੁਣ ਜਜਮਾਨ ਨੂੰ ਪਿੱਸੂ ਪੈ ਗਏ ਵੀ ਇਹਨੂੰ ਦਾਨ ਦੇਣਾ ਪੈਣਾ। ਉਹ ਕਹਿੰਦਾ ਤੂੰ ਇੱਥੇ ਕੀ ਕਰਦਾ? ਕਹਿੰਦਾ ਮੈਂ ਰਹਿੰਦਾ ਹੀ ਇੱਥੇ ਆ ਮੁਰਦੇ ਘਾਟ ਕੋਲ। ਇੱਥੇ ਤਾਂ ਰਹਿਣਾ ਕਿ ਕਦੇ ਕਦੇ ਕੋਈ ਤੇਰੇ ਵਰਗਾ ਆਉਂਦਾ ਇੱਥੇ ਤੇ 6 ਮਹੀਨਿਆਂ ਦਾ ਸਾਲ ਦਾ ਇਕੱਠਾ ਰਾਸ਼ਨ ਦੇ ਜਾਂਦਾ ਮੈਨੂੰ। ਉਹ ਕਹਿੰਦਾ 6 ਮਹੀਨਿਆਂ ਦਾ? ਮੈਂ ਤਾਂ ਤੈਨੂੰ ਇੱਕ ਦਿਨ ਦੀ ਦੀਵਾਨੀ ਨਾ ਦਿਆਂ। ਉਹ ਕਹਿੰਦਾ ਹੁਣ ਤਾਂ ਦੇਣਾ ਹੀ ਪੈਣਾ। ਹੁਣ ਖਹਿੜੇ ਪੈ ਗਿਆ, ਪੰਡਤ ਵੀ ਤੇ ਇਹ ਵੀ ਖਲੋ ਗਿਆ ਸਾਹਮਣੇ। ਅਖੀਰ ਕਹਿਣ ਕੁਹਾਣ ਤੇ ਉਹ ਕਹਿੰਦਾ ਵੀ ਮੇਰਾ ਵੀ ਨਿਯਮ ਹੈ ਵੀ ਮੈਂ ਤਾਂ ਦਾਨ ਲੈ ਕੇ ਤਾਂ ਤੈਨੂੰ ਇੱਥੋਂ ਜਾਣ ਦੇਣਾ। ਹੁਣ ਉਹ ਵੀ ਭਗਵਾਨ ਸੀ, ਪੰਡਤ ਕਿਵੇਂ ਖਹਿੜਾ ਛੁਡਾਵੇ। ਉਹ ਕਹਿੰਦਾ 6 ਮਹੀਨਿਆਂ ਦੀ ਗੱਲ ਨਾ ਕਰ ਮੇਰੇ ਨਾਲ, 6 ਮਹੀਨਿਆਂ ਦਾ ਰਾਸ਼ਨ ਤਾਂ ਬਹੁਤ ਜ਼ਿਆਦਾ ਹੋ ਜਾਣਾ। ਉਹ ਕਹਿੰਦਾ ਚੱਲ ਮੈਨੂੰ 1 ਰੁਪਈਆ ਦੇ ਦੀ ਬਸ, ਘਟੋ ਘਟ ਮੇਰਾ ਵੀ ਨਿਯਮ ਰਹਿ ਜਾਏਗਾ। ਕਹਿੰਦਾ ਗੱਲ ਏਦਾਂ ਵੀ ਦਿਆਂਗਾ ਪਰ ਉਧਾਰ ਕਰ ਲੈ ਮੇਰੇ ਨਾਲ, ਹੁਣ ਨਹੀਂ ਦੇਣਾ। ਕਹਿੰਦਾ ਚੱਲ ਉਧਾਰ ਕਰ ਲੈਣਾ, ਤੇਰੇ ਪਿੰਡ ਆ ਕੇ ਲੈ ਲਵਾਂਗਾ। ਦਾਨਵੀਰ ਉੱਥੋਂ ਚੱਲ ਪਿਆ ਤੇ ਮਨ 'ਚ ਸੋਚੀ ਜਾਵੇ ਵੀ ਪੰਡਤ ਕਿਤੇ ਪਿੱਛੇ ਪਹੁੰਚ ਨਾ ਜਾਵੇ ਮੇਰੇ। ਟਿਕਾਣਾ ਵੀ ਗਲਤ ਦੱਸਿਆ ਸੀ, ਘਰ ਵੀ ਗਲਤ ਦੱਸਿਆ ਸੀ ਵੀ ਆਏਗਾ ਆਪੇ ਮੱਥਾ ਮਾਰ ਕੇ ਟੁਰ ਟਰਾ ਜਾਏਗਾ। ਪਰ ਹੁਣ ਉਹ ਤਾਂ ਭਗਵਾਨ ਸੀ ਜਿਹੜਾ ਪੰਡਤ ਬਣ ਕੇ ਆਇਆ ਸੀ। ਪਿੱਛੇ ਪਿੱਛੇ ਹੀ ਕਹਿੰਦੇ ਹਾਲੇ ਬਾਅਦ ਵਿੱਚ ਪਹੁੰਚਿਆ ਘਰ ਵਿੱਚ ਭਗਵਾਨ, ਪਹਿਲਾਂ ਉੱਥੇ ਪੰਡਤ ਦੇ ਰੂਪ 'ਚ। ਇਹ ਹਾਲੇ ਅੰਦਰ ਵੜਿਆ ਹੀ ਸੀ ਤੇ ਬਾਹਰੋਂ ਆਵਾਜ਼ ਆਈ, ਜਜਮਾਨ। ਪੰਡਤਾਣੀ ਉਹ ਜਿਹੜੀ ਦਾਨਵੀਰ ਦੀ ਘਰ ਵਾਲੀ ਸੀ ਉਹ ਬਾਹਰ ਆਈ ਤੇ ਵੇਖਿਆ, ਕਹਿੰਦਾ ਵੀ ਮੈਨੂੰ ਦਾਨ ਦੇਣ ਨੂੰ ਬਚਨ ਕਰਕੇ ਆਇਆ ਵੀ ਰੁਪਈਆ ਘਰ ਜਾ ਕੇ ਦਿਆਂਗਾ। ਇਹਨੇ ਜਾ ਕੇ ਦੱਸਿਆ, ਮਹਾਰਾਜ ਤੁਸੀਂ ਤਾਂ ਵਾਕਈ ਦਾਨਵੀਰ ਨਿਕਲੇ, ਰੁਪਈਆ ਦਾਨ ਕਰਨ ਦਾ ਬਚਨ ਕਰ ਆਏ ਹੋ। ਮੈਂ ਤਾਂ ਲੋਕਾਂ ਦਾ ਸੁਣਿਆ ਸੀ ਵੀ ਲੋਕਾਂ ਨੇ ਤੁਹਾਡੀ ਛੇੜ ਪਾਈ ਹੋਈ ਆ ਦਾਨਵੀਰ ਨਾਂ ਰੱਖ ਕੇ, ਪਰ ਤੁਸੀਂ ਤਾਂ ਵਾਕਈ ਦਾਨਵੀਰ ਹੋ। ਉਹ ਕਹਿੰਦਾ ਕੌਣ? ਕਹਿੰਦੀ ਵੀ ਏਦਾਂ ਇੱਕ ਪੰਡਤ ਆਇਆ। ਕਹਿੰਦਾ ਇੱਥੇ ਪਹੁੰਚ ਗਿਆ ਉਹ? ਉਹਨੂੰ ਕਹਿ ਸਾਡੇ ਪੰਡਤ ਜੀ ਮਰ ਗਏ ਨੇ। ਪੰਡਤਾਣੀ ਬਾਹਰ, ਉਹ ਜਿਹੜੀ ਦਾਨਵੀਰ ਦੀ ਘਰ ਵਾਲੀ ਸੀ ਸਠਾਣੀ ਬਾਹਰ ਆਈ, ਆ ਕੇ ਕਹਿੰਦੀ ਜੀ ਦਾਨਵੀਰ ਜੀ ਤਾਂ ਚਲਾਣੇ ਕਰ ਗਏ, ਨਾਲੇ ਰੋਈ ਜਾਵੇ। ਉਹ ਕਹਿੰਦਾ ਚਲੋ ਕੋਈ ਗੱਲ ਨਹੀਂ, ਜੇ ਹੁਣ ਚਲਾਣੇ ਕਰ ਗਏ ਨੇ ਤੇ ਮੇਰਾ ਕੱਲਾ ਉਹਦੇ ਕੋਲੋਂ ਦਾਨ ਲੈਣ ਦਾ ਹੀ ਧਰਮ ਥੋੜੀ ਸੀ। ਹੁਣ ਇਸ ਦੁੱਖ ਦੀ ਘੜੀ ਵਿੱਚ ਮੈਂ ਉਹਦੇ ਨਾਲ ਰਵਾਂਗਾ, ਸੰਸਕਾਰ ਉਹਦਾ ਕਰਾ ਕੇ ਜਾਵਾਂਗਾ। ਉਹ ਆਖੇ ਅੰਦਰ ਗਈ, ਕਹਿਣ ਲੱਗੀ ਵੀ ਉਹ ਤਾਂ ਇਹ ਕਹਿੰਦਾ। ਉਹ ਕਹਿੰਦਾ ਵੀ ਉਹਦਾ ਸੰਸਕਾਰ ਨੂੰ ਹਾਲੇ ਸਮਾਂ ਲੱਗਣਾ। ਬਾਹਰ ਆ ਕੇ ਆਖਿਆ, ਕਹਿਣ ਲੱਗਾ ਵੀ ਕੋਈ ਗੱਲ ਨਹੀਂ, ਮੈਂ ਮਿਹਨਤ ਕਰਨਾ ਵੀ ਸਾਰੇ ਘਰਾਂ 'ਚ ਸੁਨੇ ਮੈਂ ਭੇਜ ਦਿੰਨਾ। ਹੁਣ ਉਹ ਤਾਂ ਭਗਵਾਨ ਸੀ, ਮਿੰਟਾਂ 'ਚ ਸਾਰੇ ਪਿੰਡ 'ਚ ਖਬਰ ਪਹੁੰਚਾ ਦਿੱਤੀ ਵੀ ਦਾਨਵੀਰ ਜੀ ਚਲਾਣੇ ਕਰ ਗਏ, ਲੋਕ ਇਕੱਠੇ ਹੋ ਗਏ। ਹੁਣ ਇਹਨੂੰ ਮੁਰਦਾ ਬਣਾ ਕੇ ਪਾਇਆ, ਫੱਟੇ ਦੇ ਉੱਤੇ ਸਾਹ ਜਾ ਰੋਕਿਆ ਪਿਆ ਰਿਹਾ। ਹੁਣ ਉਧਰੋਂ ਭਗਵਾਨ ਵੀ ਪੂਰਾ ਢੀਠ ਵੀ ਰੁਪਈਆ ਮੈਂ ਵੀ ਲੈ ਕੇ ਜਾਵਾਂਗਾ ਤੇਰੇ ਕੋਲੋਂ, ਤੇ ਅੱਗੋਂ ਦਾਨਵੀਰ ਵੀ ਪੂਰਾ ਢੀਠ ਵੀ ਮੈਂ ਵੀ ਕੁਝ ਹੋ ਜਾਏ, ਭਾਵੇਂ ਮੈਨੂੰ ਚਿਖਾ 'ਚ ਸੜਨਾ ਨਾ ਪੈ ਜਾਏ, ਰੁਪਈਆ ਮੈਂ ਵੀ ਨਹੀਂ ਦਿੰਦਾ ਤੈਨੂੰ। ਇਹ ਬਿਰਤੀ ਧਾਰਨ ਕਰਕੇ ਉਹ ਵੀ ਹੱਠ ਕਰੀ ਜਾਏ, ਉਧਰੋਂ ਭਗਵਾਨ ਪੰਡਤ ਦੇ ਰੂਪ 'ਚ ਹੱਠ ਕਰੀ ਜਾਏ। ਵੇਖੋ ਹੁਣ ਹੱਠ ਕਿਹਦਾ ਜਿੱਤਦਾ। ਚੱਕ ਕੇ ਲੈ ਗਏ, ਚਿਖਾ ਦੇ ਉੱਤੇ ਪਾ ਦਿੱਤਾ। ਉਧਰੋਂ ਭਗਵਾਨ ਨੇ ਵੇਖਿਆ ਵੀ ਇਹਨੇ ਤਾਂ ਉੱਠਣਾ ਕੋਈ ਨਹੀਂ, ਧਨ ਨਾਲ ਇੰਨਾ ਪਿਆਰ ਹੈ ਕਿਰਪਨ ਦਾ, ਕੰਜੂਸ ਦਾ, ਵੀ ਇਹ ਜਿਉਂਦਾ ਸੜ ਜਾਏਗਾ। ਜਾ ਕੇ ਕੰਨ ਦੇ ਵਿੱਚ, ਦਾਨਵੀਰ ਮੈਨੂੰ ਪਤਾ ਤੂੰ ਜਿਉਣਾ। ਉਹ ਅੱਗੋਂ ਨਹੀਂ ਬੋਲਿਆ, ਕੁਸਕਿਆ ਨਹੀਂ। ਉਹ ਕਹਿੰਦਾ ਮੈਂ ਭਗਵਾਨ ਆ ਤੇ ਨਾ ਦੇਈ ਰੁਪਈਆ, ਪਰ ਏਦਾਂ ਸੜ ਕੇ ਤਾਂ ਨਾ ਮਰ। ਉਹ ਫਿਰ ਨਹੀਂ ਬੋਲਿਆ। ਕਹਿੰਦਾ ਚੱਲ ਮੈਂ ਬਚਨ ਕਰਦਾ ਵੀ ਮੈਂ ਨਹੀਂ ਲੈਂਦਾ ਰੁਪਈਆ ਤੇਰੇ ਕੋਲੋਂ, ਚੱਲ ਤੂੰ ਮੰਗ ਲੈ, ਤੈਨੂੰ ਕੀ ਚਾਹੀਦਾ। ਝੱਟ ਅੱਖਾਂ ਖੋਲ ਕੇ ਕਹਿੰਦਾ ਬਸ ਇਹ ਕਹਿ ਦੇ ਵੀ ਮੈਨੂੰ ਰੁਪਈਆ ਨਹੀਂ ਚਾਹੀਦਾ, ਮੇਰਾ ਖਹਿੜਾ ਛੱਡ। ਤੇ ਕਹਿੰਦੇ ਭਗਵਾਨ ਨੂੰ ਉੱਥੋਂ ਵਾਪਸ ਖਹਿੜਾ ਛੁਡਾ ਕੇ ਆਉਣਾ ਪਿਆ, ਪਰ ਉਹ ਦਾਨਵੀਰ ਦਾਨਵੀਰ ਹੀ ਰਿਹਾ, ਯਾਨੀ ਕਿ ਹੱਠ ਵਾਲਾ, ਵਿਅੰਗ ਵਾਲਾ। ਕਿਰਪਨ ਬੰਦੇ ਦਾ ਧਨ ਨਾਲ ਪਿਆਰ ਹੈ, ਉਹ ਧਨ ਤੋਂ ਬਿਨਾਂ ਕੁਝ ਹੋਰ ਸੋਚ ਹੀ ਨਹੀਂ ਸਕਦਾ।
ਮੇਰੇ ਸਾਹਿਬ ਦਾ ਗੁਰਬਾਣੀ ਦਾ ਮਹਾਵਾਕ ਹੈ, ਜੋ ਲੋਭੀ ਹੈ ਧਨ ਦਾਨ। ਲੋਭੀ ਬੰਦੇ ਨੂੰ ਧਨ ਦੇ ਦਾਨ ਨਾਲ ਬੜਾ ਪਿਆਰ ਹੈ, ਉਹ ਧਨ ਤੋਂ ਬਿਨਾਂ ਕੁਝ ਹੋਰ ਨਹੀਂ ਸੋਚ ਸਕਦਾ। ਪੰਡਤ ਕਹਿੰਦਾ ਜੀ ਦੁਨੀਆ ਦੇ ਲੋਕਾਂ ਦੇ ਹਿਰਦਿਆਂ ਵਿੱਚੋਂ ਧਨ ਦੀ ਪ੍ਰੀਤ ਨਹੀਂ ਜਾਂਦੀ, ਉਹ ਧਨ ਨਾਲ ਸਨੇਹ ਕਰਦੇ ਹਨ ਤੇ ਧਨ ਤੋਂ ਬਿਨਾਂ ਕੁਝ ਹੋਰ ਸੋਚ ਹੀ ਨਹੀਂ ਸਕਦੇ। ਸਭੈ ਪ੍ਰੀਤ ਕਰ ਧਨ ਕੀ ਚਾਹੈ, ਸਾਰੇ ਕੇਵਲ ਧਨ ਚਾਹੁੰਦੇ ਆ। ਮਾਇਆ ਮਨੋ ਨਾ ਵੀਸਰੈ, ਮੰਗਾ ਦਮਾ ਦਮ। ਸਭ ਮੰਗਦੇ ਆ ਧਨ ਨਾਲ, ਸਭ ਦਾ ਸਨੇਹ ਤੇ ਪਿਆਰ ਹੈ। ਨੈ ਜਾਣੇ ਪਰਮੇਸ਼ਰ ਕੋ, ਧਨ ਦੀ ਮਮਤਾ ਵਸ ਹੋਏ ਲੋਕ ਨਹੀਂ ਜਾਣਦੇ ਕਿਹੜਾ ਰੱਬ ਤੇ ਕਿਹੜਾ ਪਰਮੇਸ਼ਰ। ਪਰਮੇਸ਼ਰ ਨੂੰ ਨਹੀਂ ਜਾਣਦੇ, ਅਕਾਲ ਪੁਰਖ ਨੂੰ ਨਹੀਂ ਜਾਣਦੇ। ਲੋਭ ਮੋਹ ਮੈਂ ਫਸ ਗਏ ਸੋ, ਲੋਭ ਤੇ ਮੋਹ ਦੇ ਵਿੱਚ ਫਸ ਗਏ ਨੇ। ਲੋਭ ਦੇ ਵਿੱਚ ਔਰ ਮੋਹ ਦੀ ਬਿਰਤੀ ਦੇ ਵਿੱਚ ਬਹੁਤ ਸਾਰੇ ਲੋਕ ਫਸੇ ਹੋਏ ਨੇ। ਆਪਣੇ ਧਰਮ ਵਿਖੇ ਕੋ ਨਾਈ, ਆਪਣੇ ਧਰਮ ਦੇ ਵਿੱਚ ਕੋਈ ਨਹੀਂ ਪੱਕਾ ਜੀ, ਕਿਉਂਕਿ ਜਿਹੋ ਜਿਹਾ ਕੋਈ ਆਪ ਹੁੰਦਾ ਉਹਨੂੰ ਸਾਰੇ ਉਦਾਂ ਦੇ ਦਿਸਦੇ ਨੇ, ਨਜ਼ਰ ਆਉਂਦੇ ਨੇ। ਕਹਿੰਦਾ ਜੀ ਸਾਰੇ ਲੋਭ ਮੋਹ ਚ ਫਸੇ ਨੇ, ਕੋਈ ਨਹੀਂ ਬਚਿਆ ਹੋਇਆ। ਪੰਡਤ ਕਹਿੰਦਾ ਸਤਿਗੁਰਾਂ ਨੂੰ, ਕਿਸੇ ਨੂੰ ਆਪਣੇ ਧਰਮ ਦੀ ਕੋਈ ਪ੍ਰੀਤ ਨਹੀਂ, ਸਭ ਨੇ ਆਪਣਾ ਧਰਮ ਤਿਆਗ ਦਿੱਤਾ। ਸੁਨ ਗੁਰ ਤ੍ਰਿਤੀਆ ਪੌੜੀ ਪਰਾਈ, ਜਦੋਂ ਇਹਨੇ ਕਿਹਾ ਨਾ ਸਭ ਨੇ ਆਪਣਾ ਧਰਮ ਛੱਡ ਦਿੱਤਾ, ਸੁਣ ਕੇ ਸਤਿਗੁਰਾਂ ਨੇ ਸ਼ਬਦ ਦਾ ਤੀਸਰਾ ਬੰਦ ਉਚਾਰਨ ਕੀਤਾ। ਸੁਣੋ ਜੀ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਪਾਖਿਆ ਗਈ। ਮਹਾਰਾਜ ਜੀ ਕਹਿੰਦੇ ਖੱਤਰੀ ਦਾ ਧਰਮ ਸੀ ਆਪਣੇ ਕੁਸ਼ੇਤਰ ਦੀ ਜਗ੍ਹਾ ਦੀ ਰੱਖਿਆ ਕਰਨੀ, ਪਰ ਉਹਨਾਂ ਨੇ ਆਪਣਾ ਧਰਮ ਛੱਡ ਦਿੱਤਾ, ਹਥਿਆਰ ਛੱਡ ਦਿੱਤੇ, ਸ਼ਸਤਰ ਸੁੱਟ ਦਿੱਤੇ, ਤਕੜੀਆਂ ਫੜ ਲਈਆਂ ਔਰ ਮਲੇਛਾਂ ਦੀ ਭਾਖਿਆ। ਮਲੇਛ ਭਾਖਿਆ ਗਹੀ ਦਾ ਮਤਲਬ ਹੁੰਦਾ ਮਲੇਛਾਂ ਦੀ ਬੋਲੀ। ਆਪਣੀ ਬੋਲੀ ਛੱਡ ਕੇ ਮਲੇਛਾਂ ਦੀ ਬੋਲੀ ਨੂੰ ਗ੍ਰਹਿਣ ਕਰ ਲਿਆ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਸ਼ੰਕਰ ਵਰਨ ਦੀ ਹੋ ਗਈ ਹੈ, ਹੁਣ ਧਰਮ ਦੀ ਗਤ ਇਸ ਕਲੀ ਕਾਲ ਦੇ ਵਿੱਚ ਰਹਿੰਦੀ ਨਜ਼ਰ ਆਉਂਦੀ ਹੈ। ਚੋਪਈ ਕਲੀ ਕਾਲ ਮੈਂ ਛੁੱਟ ਗਏ ਉਹ ਧਰਮ। ਮਹਾਰਾਜ ਜੀ ਕਹਿੰਦੇ ਕਲੀ ਕਾਲ ਦੇ ਵਿੱਚ ਲੋਕਾਂ ਦਾ ਆਪੋ ਆਪਣਾ ਧਰਮ ਛੁੱਟ ਗਿਆ। ਖੱਤਰੀ ਦਿਜ ਸਭ ਕਰਤ ਕੋ ਕਰਮ। ਖੱਤਰੀ ਨੇ ਆਪਣਾ ਧਰਮ ਛੱਡ ਦਿੱਤਾ, ਸ਼ਸਤਰ ਹਥਿਆਰ ਛੱਡ ਦਿੱਤੇ ਨੇ। ਬ੍ਰਾਹਮਣ ਨੇ ਆਪਣਾ ਧਰਮ ਛੱਡ ਕੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ ਦੋਨੋਂ ਬੋ ਗਹਿ ਲੀਏ ਪਾਪਾ। ਇਹਨਾਂ ਨੂੰ ਬਹੁਤ ਸਾਰਿਆਂ ਪਾਪਾਂ ਨੇ ਗ੍ਰਹਿਣ ਕਰ ਲਿਆ, ਪਾਪ ਕਰਮ ਇਹਨਾਂ ਨੂੰ ਆ ਕੇ ਘੇਰਦੇ ਹਨ। ਭ੍ਰਿਸ਼ਟ ਪਏ ਛੋੜਾ ਧਰਮ ਆਪਾ। ਭ੍ਰਸ਼ਟ ਹੋ ਗਏ ਨੇ ਆਪਣੇ ਧਰਮ ਤੋਂ ਔਰ ਆਪਣੇ ਆਪੇ ਦੇ ਧਰਮ ਨੂੰ ਛੱਡ ਕੇ ਭ੍ਰਸ਼ਟੇ ਹੋਏ ਫਿਰਦੇ ਹਨ। ਤਨੁ ਜਾ ਕੋ ਤਨ ਲੈ ਕਰ ਖਾਈ। ਹੁਣ ਜਿਹੜੇ ਛਤਰੀ ਨੇ ਜਾਂ ਬ੍ਰਾਹਮਣ ਨੇ ਇਹ ਧੀਆਂ ਦਾ ਪੈਸਾ ਖਾਣ ਲੱਗ ਪਏ, ਧੀਆਂ ਵੇਚ ਕੇ ਉਹਨਾਂ ਦਾ ਪੈਸਾ ਵੱਟ ਕੇ ਖਾਣ ਲੱਗ ਪਏ। ਇਹੋ ਜਿਹਾ ਕਲੀ ਕਾਲ ਦਾ ਸਮਾਂ ਆ ਗਿਆ ਹੈ ਕਿ ਤਨਜਾ ਦਾ ਧੀਆਂ ਦਾ ਪੈਸਾ ਖਾਣ ਲੱਗ ਪਏ, ਉਹਨਾਂ ਨੂੰ ਵੇਚ ਕੇ ਉਹਨਾਂ ਦਾ ਧਨ ਖਾ ਰਹੇ ਨੇ। ਪਰਤੀਏ ਸੋ ਬੇਵਿਚਾਰ ਕਮਾਈ। ਬ੍ਰਾਹਮਣ ਤੇ ਛਤਰੀ ਆਦਿਕ ਜਿਹੜੇ ਸ੍ਰੇਸ਼ਟ ਕਹਾਉਂਦੇ ਸੀ ਉਹ ਵੀ ਪਰਤ੍ਰਿਆ ਇਸਤਰੀਆਂ ਗਮਨ ਕਰਦੇ ਹਨ, ਪਰ ਇਸਤਰੀਆਂ ਦਾ ਗਮਨ ਕਰਕੇ ਵਿਭਚਾਰ ਭੋਗਦੇ ਹਨ। ਆਪਨੋ ਪੜਨਾ ਦੀਨੋ ਤਿਆਗੇ। ਔਰ ਜਿਹੜਾ ਆਪ ਪੜ੍ਹਦੇ ਸੀ ਧਰਮ ਗ੍ਰੰਥ ਸ਼ਾਸਤਰ ਉਹ ਸਾਰੇ ਪੜ੍ਹਦੇ ਛੱਡ ਦਿੱਤੇ। ਪੜਨ ਮਲੇਛਨ ਪਾਖਾ ਲਾਗੇ। ਮਲੇਛਾਂ ਦੀ ਬੋਲੀ ਪੜਨ ਲੱਗ ਪਏ। ਮਲੇਛਾਂ ਦੀ ਭਾਖਿਆ ਇਹਦਾ ਮਤਲਬ ਹੈ ਕਿ ਆਪਣੀ ਬੋਲੀ ਛੱਡ ਕੇ ਮਾਂ ਬੋਲੀ ਹੋਰ ਭਾਸ਼ਾਵਾਂ ਨੂੰ ਤਰਜੀਹ ਦੇਣ ਲੱਗ ਪਏ। ਬਿਲਕੁਲ ਇਨ ਬਿਨ ਅੱਜ ਦੇ ਵਰਤਮਾਨ ਦੇ ਸਮੇਂ 'ਚ ਆਪਣੀ ਮਾਂ ਬੋਲੀ ਗੁਰਮੁਖੀ ਤੇ ਪੰਜਾਬੀ ਦਾ ਤਿਆਗ ਕਰਕੇ ਪੰਜਾਬ ਦੇ ਖਿੱਤੇ 'ਚ ਜਨਮੇ ਲੋਕ ਜਿਵੇਂ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਕੇ ਹੋਰ ਭਾਸ਼ਾਵਾਂ ਨੂੰ ਤਰਜੀਹ ਦੇ ਰਹੇ ਨੇ। ਕਿਸੇ ਭਾਸ਼ਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਵਿਰੋਧ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਆਪਣੀ ਬੋਲੀ ਦਾ ਤਿਆਗ ਕਰਕੇ ਜਦੋਂ ਕਿਸੇ ਦੂਸਰੇ ਦੀ ਬੋਲੀ ਨੂੰ ਗ੍ਰਹਿਣ ਕਰੋਗੇ ਤੇ ਆਪਣੇ ਪਿਛੋਕੜ ਤੋਂ ਟੁੱਟ ਜਾਓਗੇ, ਆਪਣੇ ਵਿਰਸੇ ਤੋਂ ਟੁੱਟ ਜਾਓਗੇ। ਕਹਿੰਦੇ ਮਲੇਛਾਂ ਦੀ ਭਾਖਿਆ। ਹੁਣ ਲੋਕ ਮੁਸਲਮਾਨਾਂ ਦਾ ਰਾਜ ਸੀ, ਉਹਨਾਂ ਦੇ ਰਾਜ ਵਿੱਚ ਅਰਬੀ ਫਾਰਸੀ ਜਿਹੜਾ ਪੜ੍ਹਦਾ ਉਹਨੂੰ ਸਤਿਕਾਰ ਦਿੰਦੇ ਸੀ। ਜਿਵੇਂ ਅੱਜ ਕੱਲ ਕਿਸੇ ਨੂੰ ਅੰਗਰੇਜ਼ੀ ਦੇ 4 ਅੱਖਰ ਵਧੀਆ ਆਉਂਦੇ ਹੋਣ
ਉਦਾਂ ਭਾਵੇਂ ਕੋਈ ਤਹਵੀਜ਼ ਨਾ ਹੋਵੇ, ਕਿਸੇ ਪ੍ਰਕਾਰ ਦੀ ਕੋਈ ਇਲਮ, ਜੇ ਅੰਗਰੇਜ਼ੀ ਦੇ 4 ਅੱਖਰ, ਮਹਾਰਾਜ ਬੜੇ ਕਮਾਲ ਦੇ ਬੰਦੇ ਹਨ, ਪੜ੍ਹੇ ਲਿਖੇ ਹਨ। ਕੇਵਲ ਭਾਸ਼ਾ ਹੀ ਹੈ, ਗਿਆਨ ਤਾਂ ਨਹੀਂ। ਅਨਪੜ੍ਹ ਲੋਕ ਵੀ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਵਿੱਚ ਅੰਗਰੇਜ਼ੀ ਬੋਲਦੇ, ਤੇ ਇਹਦਾ ਮਤਲਬ ਕਿ ਉਹ ਗਿਆਨੀ ਹੋ ਗਏ, ਵਿਦਵਾਨ ਹੋ ਗਏ। ਅਨਪੜ੍ਹ ਲੋਕ ਨੇ ਉੱਥੇ, ਉਹ ਬੋਲਦੇ ਹਨ ਇਹ ਭਾਸ਼ਾ। ਭਾਸ਼ਾ ਦਾ ਗਿਆਨ ਹੋਣਾ ਚਾਹੀਏ। ਜਿੰਨੀਆਂ ਭਾਸ਼ਾਵਾਂ ਆਵਣ ਸਿੱਖੋ, ਸਿੱਖਣੀਆਂ ਚਾਹੀਦੀਆਂ ਨੇ। ਗੁਰੂ ਸਾਹਿਬ ਤਾਂ ਆਪ ਸੰਸਕ੍ਰਿਤ ਪੜ੍ਹਨ ਵਾਸਤੇ ਭੇਜਦੇ ਆ, ਕਲਗੀਧਰ, ਪਰ ਆਪਣੀ ਭਾਸ਼ਾ ਨੂੰ ਪ੍ਰਮੁੱਖ ਰੱਖ ਕੇ ਦੂਜੀਆਂ ਭਾਸ਼ਾਵਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ। ਦੂਜੀਆਂ ਭਾਸ਼ਾਵਾਂ ਵੀ ਆਉਣੀਆਂ ਚਾਹੀਦੀਆਂ ਨੇ, ਸਿੱਖਣੀਆਂ ਚਾਹੀਦੀਆਂ ਨੇ, ਪਰ ਆਪਣੀ ਭਾਸ਼ਾ ਪ੍ਰਮੁੱਖ ਹੈ। ਮਾਂ ਬੋਲੀ ਦਾ ਸਤਿਕਾਰ ਸਭ ਤੋਂ ਸ੍ਰੇਸ਼ਟ ਰੱਖਣਾ। ਮਹਾਰਾਜ ਜੀ ਕਹਿੰਦੇ ਤੁਰਕਾਂ ਨੂੰ ਖੁਸ਼ ਕਰਨ ਵਾਸਤੇ ਸੰਸਕ੍ਰਿਤ ਪੜ੍ਹਨੀ ਛੱਡ ਕੇ ਨਾ ਅਰਬੀ ਫਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਧਨ ਲਾਲਚ ਕਰ ਭੇ ਵਿਪਰੀਤੀ, ਧਨ ਦਾ ਲਾਲਚ ਕਰਕੇ ਵਿਪਰੀਤ ਬਿਰਤੀ ਧਾਰਨ ਕਰ ਲਈ। ਨਿਜ ਬ੍ਰਿਤ ਤਿਆਗੀ ਚਲੇ ਅਨੀਤੀ, ਆਪਣੀ ਬਿਰਤੀ ਤਿਆਗ ਕੇ ਤੇ ਅਨੀਤੀ, ਜਿਹੜੀ ਨੀਤੀ ਨਹੀਂ ਉਹਦੇ ਤੋਂ ਉਲਟ ਨੀਤੀ ਜਿਹੜੀ ਆ ਉਹਦੇ ਤੇ ਚੱਲਣ ਲੱਗ ਪਏ। ਪਰ ਨਿੰਦਾ ਮਿਲ ਸਦਾ ਅਲਾਵੇਂ, ਔਰ ਮਿਲ ਕੇ ਕਦੋਂ ਇਕੱਠੇ ਹੋ ਕੇ ਬਹਿੰਦੇ ਤੇ ਦੂਜਿਆਂ ਦੀ ਨਿੰਦਾ ਹੀ ਕਰਦੇ। ਜਦੋਂ ਮਿਲ ਬੈਠਣ ਤੇ ਨਿੰਦਾ ਹੀ ਕਰਦੇ, ਫਲਾਣਾ ਇਦਾਂ ਕਰਦਾ, ਅਮਕਾ ਇਦਾਂ ਕਰਦਾ, ਅਮਕਾ ਇਦਾਂ ਆਖਦਾ। ਪਰਾਈ ਨਿੰਦਾ ਹੀ ਆਪਣੇ ਮੂੰਹੋਂ ਬੋਲਦੇ ਹਨ। ਕਰਤ ਹਰ ਕਥਾ ਬਾਤ ਚਲਾਵੇਂ, ਕਲਯੁਗ ਦਾ ਸਭ ਤੋਂ ਵੱਡਾ ਪ੍ਰਕੋਪ ਇਹ ਵੀ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਹਰੀ ਜਸ ਹੁੰਦਾ ਹੋਵੇ, ਕਥਾ ਹੋ ਰਹੀ ਹੋਵੇ, ਉੱਥੇ ਵਿੱਚ ਕਈ ਆਪਣੀਆਂ ਗੱਲਾਂ ਕਰਨ ਲੱਗ ਪੈਂਦੇ। ਮਹਾਰਾਜ ਜੀ ਕਹਿੰਦੇ ਕਲੀ ਕਾਲ ਹੈ, ਤੇ ਜੇ ਕੋਈ ਲਾਗਿਓਂ ਹਟਾ ਦੇਵੇ ਤੇ ਉਹਨੂੰ ਅੱਖਾਂ ਕੱਢ ਕੇ ਵੇਖਦੇ। ਮੋਬਾਈਲ ਲਾਇਆ ਹੋਵੇ ਨਾ ਕੰਨ ਨੂੰ, ਫੋਨ ਆ ਜੇ, ਕਥਾ ਵਿੱਚ ਹੀ ਸੁਣਨ ਲੱਗ ਪੈਂਦੇ ਕਈ ਵੀਰ, ਤੇ ਲਾਗਿਓਂ ਕੋਈ ਮਾੜਾ ਜਿਹਾ ਟੋਕ ਦੇਵੇ ਤੇ ਬੜੀ ਕਰੂਰ ਦ੍ਰਿਸ਼ਟੀ ਨਾਲ ਉਹਦੇ ਵੱਲ ਵੇਖਦੇ ਆ ਵੀ ਖਬਰੇ ਉਹਨੇ ਕਿੱਡਾ ਵੱਡਾ ਗੁਨਾਹ ਕਰ ਦਿੱਤਾ ਇਹਨੂੰ ਟੋਕ ਕੇ। ਪਾਤਸ਼ਾਹ ਕਹਿੰਦੇ ਕਲੀ ਕਾਲ ਦਾ ਸਮਾਂ, ਇਹਦੇ ਵਿੱਚ ਹਰੀ ਜਸ ਹਰੀ ਕਥਾ ਹੁੰਦੀ ਹੋਵੇ ਤੇ ਲੋਕ ਆਪਣੀਆਂ ਬਾਤਾਂ ਕਰਨ ਲੱਗ ਪਏ ਆ, ਵਿੱਚ ਆਪਣੀਆਂ ਗੱਲਾਂ ਵਿੱਚ ਕਰਨ ਲੱਗ ਪਏ। ਹਰ ਜਸ ਚਲਤਿਆਂ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜਮਪੁਰ ਜਾਵੇ। ਤਨਖਾਹ ਨਾਮ ਹੈ, ਹਰੀ ਕਥਾ ਹੋ ਰਹੀ, ਹਰੀ ਕੀਰਤਨ ਹੋ ਰਿਹਾ, ਉਹਦੇ ਵਿੱਚ ਕੋਈ ਆਪਣੀਆਂ ਗੱਲਾਂ ਕਰਨ ਲੱਗ ਪਵੇ, ਮਹਾਰਾਜ ਕਹਿੰਦੇ ਸਿੱਧਾ ਜਮਪੁਰੀ ਨੂੰ ਜਾਵੇਗਾ। ਹਾਂਜੀ, ਸੁਨ ਕਰ ਪੁਨ ਦਿਜ ਉਚਰੇ ਬੈਨਾ, ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਪੰਡਤ ਨੇ ਸੁਣੇ ਤੇ ਸੁਣ ਕੇ ਬੋਲਿਆ, ਸੁਨੋ ਸੰਤ ਜੀ ਤੁਮ ਸੁਖ ਦੇਨਾ। ਕਹਿਣ ਲੱਗਾ ਸੰਤ ਜੀ ਤੁਸੀਂ ਸੁਖ ਦੇਣ ਵਾਲੇ ਸੁਖ ਦਾਤੇ ਹੋ। ਕਲ ਯੁਗ ਮੈਂ ਅਗ ਕੋ ਵਰਤਾਰਾ, ਕਲਯੁਗ ਹੈ ਜੀ, ਕਲਯੁਗ ਵਿੱਚ ਪਾਪਾਂ ਦਾ ਹੀ ਵਰਤਾਰਾ ਹੈ। ਕਲਯੁਗ ਵਿੱਚ ਪਾਪ ਹੀ ਬਹੁਤੇ ਵਧੇ ਹੋਏ ਨੇ। ਕਰਤ ਸਰਬ ਨਰ ਬਿਨਾ ਵਿਚਾਰਾ, ਬਿਨਾਂ ਵਿਚਾਰ ਤੋਂ ਲੋਕ ਪਾਪ ਕਰ ਰਹੇ ਨੇ। ਕਲਯੁਗ ਵਿੱਚ ਵਿਚਾਰ ਕੀਤੇ ਬਿਨਾਂ ਅਗ ਕਰ ਰਹੇ ਨੇ। ਬਿਨਾ ਨਾਮ ਤੇ ਆਨੀ ਉਪਾਏ, ਬਿਨਾਂ ਨਾਮ ਤੋਂ ਕੋਈ ਹੋਰ ਉਪਾਅ ਹੋਵੇ, ਜਿਉ ਗਤ ਹੋਵੇ ਦੇਉ ਬਤਾਏ। ਕੋਈ ਨਾਮ ਜਪਣ ਤੋਂ ਬਿਨਾਂ ਹੋਰ ਵੀ ਕੋਈ ਰਾਹ ਹੈ ਜੀ ਜਿਹਦੇ ਨਾਲ ਮੁਕਤੀ ਹੋ ਜਾਏ? ਪੰਡਤ ਪੁੱਛਦਾ ਸਤਿਗੁਰਾਂ ਨੂੰ, ਤੁਸੀਂ ਕਹਿੰਦੇ ਹੋ ਕੱਲ ਮੈਂ ਰਾਮ ਨਾਮ ਸਾਰ, ਇਹਦੇ ਤੋਂ ਬਿਨਾਂ ਕੋਈ ਹੋਰ ਤਰੀਕਾ ਵੀ ਹੈ ਵੀ ਜਿਹਦੇ ਨਾਲ ਮੁਕਤੀ ਹੋ ਜਾਏ ਬੰਦੇ ਦੀ? ਤੁਮ ਸਰਬੱਗੈ ਆਹੋ ਗਤ ਦਾਈ, ਮਹਾਰਾਜ ਜੀ ਸੰਤ ਜੀ ਤੁਸੀਂ ਸਰਬੱਗ ਹੋ ਤੇ ਮੁਕਤੀ ਦਾਤੇ ਹੋ। ਸੁਨ ਸ਼੍ਰੀ ਗੁਰ ਪੁਨ ਗਿਰਾ ਅਲਾਈ। ਪੰਡਤ ਦੀ ਇਹ ਬੇਨਤੀ ਸੁਣ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦਾ ਚੌਥਾ ਬੰਦ ਉਚਾਰਨ ਕੀਤਾ। ਅਸ਼ਟ ਸਾਜ ਸਾਜ ਪੁਰਾਣ ਸੋਦੇ, ਕਰੇ ਵੇਦ ਅਭਿਆਸ। ਮਹਾਰਾਜ ਜੀ ਕਹਿੰਦੇ 18 ਪੁਰਾਣ, ਔਰ ਉਹਨਾਂ 18 ਪੁਰਾਣਾਂ ਦੇ ਰਚੈਤਾ ਤੇ ਵੇਦ ਆਦਿਕ ਜਿਹੜੇ ਸਾਰੇ ਅਭਿਆਸ ਕਰੀਏ ਇਹਨਾਂ ਦੇ ਗ੍ਰੰਥਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਹੈ। ਬਿਨ ਨਾਮ ਹਰ ਕੇ ਮੁਕਤ ਨਾਈ, ਕਹੇ ਨਾਨਕ ਦਾਸ। ਉਹ ਵੇਦ ਪੁਰਾਣ ਜਿੰਨੇ ਸਿਮਰਤੀਆਂ ਸ਼ਾਸਤਰ ਨੇ ਉਹ ਵੀ ਇਹ ਕਹਿੰਦੇ ਐ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਇਹ ਕਹਿੰਦਾ, ਨਾਨਕ ਦਾਸ ਵੀ ਇਹ ਕਹਿੰਦਾ ਕਿ ਬਿਨਾਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ।
ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਨਹੀਂ। ਬਿਨ ਨਾਮ ਹਰ ਕੇ ਮੁਕਤ ਨਾਹੀ, ਬਿਨਾ ਹਰੀ ਦੇ ਨਾਮ ਤੋਂ ਮੁਕਤੀ ਨਹੀਂ ਹੈ। ਕਹਿ ਨਾਨਕ ਦਾਸ, ਸਤਿਗੁਰੂ ਆਪਣੇ ਆਪ ਨੂੰ ਦਾਸ ਕਹਿੰਦੇ ਆ। ਨਾਨਕ ਦਾਸ ਇਹ ਕਹਿੰਦਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਿਸੇ ਦੀ ਮੁਕਤੀ ਨਾ ਪਹਿਲਾਂ ਹੋਈ ਹੈ, ਨਾ ਹੁਣ ਹੋਵੇਗੀ, ਤੇ ਨਾ ਆਉਣ ਵਾਲੇ ਸਮੇਂ 'ਚ ਹੋਵੇਗੀ। ਜਿੰਨੇ ਪਹਿਲਾਂ ਮੁਕਤ ਹੋਏ ਸਭ ਨਾਮ ਦੇ ਆਸਰੇ ਮੁਕਤ ਹੋਏ, ਜਿੰਨੇ ਹੁਣ ਮੁਕਤ ਹੋ ਰਹੇ ਨੇ ਸਭ ਨਾਮ ਦੇ ਆਸਰੇ ਮੁਕਤ ਹੋ ਰਹੇ ਨੇ, ਤੇ ਜਿੰਨੇ ਆਉਣ ਵਾਲੇ ਸਮੇਂ 'ਚ ਮੁਕਤ ਹੋਣਗੇ ਸਭ ਨਾਮ ਦੇ ਆਸਰੇ ਮੁਕਤ ਹੋਣਗੇ। ਜਿੰਨੇ ਪਹਿਲਾਂ ਨਾਮ ਜਪਣ ਵਾਲੇ ਗੁਰਮੁਖ ਨਾਮ ਜਪ ਕੇ ਮੁਕਤ ਹੋਏ ਨੇ, ਜਿੰਨੇ ਹੁਣ ਹੋ ਰਹੇ ਨੇ, ਤੇ ਜਿੰਨੇ ਆਉਣ ਵਾਲੇ ਸਮੇਂ ਵਿੱਚ ਹੋਣਗੇ, ਉਹਨਾਂ ਸਾਰੇ ਨਾਮ ਜਪਣ ਵਾਲਿਆਂ ਗੁਰਮੁਖਾਂ ਦੇ ਚਰਨਾਂ ਤੇ ਨਮਾਮ ਹੈ, ਨਮਸਕਾਰ ਹੈ। ਸਤਿ ਸ੍ਰੀ ਅਕਾਲ। ਸਭ ਨੂੰ ਨਮਸਕਾਰ, ਸਭ ਨੂੰ ਪ੍ਰਣਾਮ। ਹਰੀ ਦੇ ਨਾਮ ਤੋਂ ਬਿਨਾ ਮੁਕਤੀ ਨਹੀਂ। ਚੌਪਈ ਕਰ ਜੋਰੇ ਦਿਜ ਕੀਨੀ ਬੰਧਨ। ਇਹ ਸੁਣਦਿਆਂ ਪੰਡਤ ਦੇ ਹੱਥ ਜੁੜ ਗਏ। ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਕੇ ਜ਼ਮੀਨ ਤੇ ਜਿਵੇਂ ਕੋਈ ਡੰਡਾ ਡਿੱਗਦਾ, ਇਉਂ ਡਿੱਗ ਕੇ ਮੇਰੇ ਸਾਹਿਬਾਂ ਦੇ ਚਰਨਾਂ ਤੇ ਬੰਦਨਾ ਕੀਤੀ। ਮਮਗਤ ਕੀਜੇ ਪਾਪ ਨਿਕੰਦਨ। ਛਿਮੋ ਛਿਮੋ ਛਿਮੋ, ਮਹਾਰਾਜ ਬਖਸ਼ ਲੋ ਬਖਸ਼ ਲੋ ਬਖਸ਼ ਲੋ। ਹੇ ਪਾਪਾਂ ਦੇ ਨਾਸ਼ ਕਰਨ ਵਾਲੇ ਸਤਿਗੁਰੂ, ਕਿਰਪਾ ਕਰੋ, ਮੇਰੀ ਵੀ ਗਤ ਕਰੋ, ਮੇਰੀ ਵੀ ਕਲਿਆਣ ਕਰੋ। ਮਮਗਤ ਕੀਜੈ ਪਾਪ ਨਿਕੰਦਨ, ਪਾਪਾਂ ਦਾ ਨਾਸ਼ ਕਰਨ ਵਾਲੇ ਸਾਹਿਬ ਜੀ, ਮੇਰੀ ਵੀ ਬੰਦ ਖਲਾਸੀ ਕਰੋ। ਪੂਰਨ ਪੁਰਖ ਸੰਤ ਜਗਦੀਸ਼ੂ। ਤੁਸੀਂ ਪੂਰਨ ਪੁਰਖ ਹੋ, ਸੰਤ ਹੋ, ਜਗਤ ਦੇ ਈਸ਼ਵਰ ਹੋ, ਸੁਆਮੀ ਹੋ, ਮਾਲਕ ਹੋ। ਅਸ ਕੈ ਚਰਨ ਕਮਲ ਤਰ ਸੀਸੂ। ਏਦਾਂ ਕਹਿ ਕੇ ਪੰਡਤ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ। ਗਰਭ ਜਾਤ ਕਾ ਦੀਨੋ ਤਿਆਗੀ। ਜਿਹੜਾ ਹੰਕਾਰ ਸੀ ਨਾ ਆਪਣੇ ਮਨ 'ਚ ਪੰਡਤ ਹੋਣ ਦਾ ਵੀ ਮੈਂ ਬਾਹਮਣ ਆ, ਉਹ ਹੰਕਾਰ ਆਪਣੇ ਹਿਰਦੇ ਚੋਂ ਛੱਡ ਦਿੱਤਾ, ਤਿਆਗ ਦਿੱਤਾ। ਗੁਰ ਪਗ ਕੀ ਉਰ ਮੈਂ ਲਿਵ ਲਾਗੀ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੀ ਲਿਵ ਲੱਗ ਗਈ, ਪੰਡਤ ਜੀ ਦੇ ਮਨ ਵਿੱਚ ਲਿਵ ਜੁੜ ਗਈ। ਨਿਜ ਉਪਦੇਸ਼ ਮੋਏ ਕੋ ਦੀਜੈ। ਮਹਾਰਾਜ ਕਿਰਪਾ ਕਰੋ, ਆਪਣਾ ਪਵਿੱਤਰ ਉਪਦੇਸ਼ ਮੈਨੂੰ ਬਖਸ਼ ਕੇ ਨਿਵਾਜੋ। ਸ਼ਰਨ ਪਰੇ ਕੀ ਸ਼ਰਮ ਰਖੀਜੈ। ਸ਼ਰਨ ਪਰੇ ਦੀ ਸ਼ਰਮ ਰੱਖ ਲੋ ਮਹਾਰਾਜ, ਸ਼ਰਨ ਪਏ ਦੀ ਲਾਜ ਰੱਖ ਲੋ ਮਹਾਰਾਜ। ਤੁਹਾਡੀ ਸ਼ਰਨ ਵਿੱਚ ਆ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ। ਮਹਾਰਾਜ ਰੱਖ ਲੋ, ਆਪਣੇ ਸ਼ਰਨ ਪਏ ਦੀ ਲਾਜ ਰੱਖ ਲੋ। ਦੋਹਰਾ ਗੁਰ ਕੈ ਤਨ ਪ੍ਰਾਪਤ ਪਇਓ, ਤਜੋ ਦੰਭ ਛਲ ਜੋਏ। ਪਾਤਸ਼ਾਹ ਉਪਦੇਸ਼ ਦਿੰਦੇ, ਪੰਡਤ ਜੀ ਸੁਣੋ, ਤੁਹਾਡਾ ਧਨ ਤੁਹਾਨੂੰ ਪ੍ਰਾਪਤ ਹੋ ਗਿਆ, ਔਰ ਜਿੰਨਾ ਮਿਲ ਗਿਆ ਇਹਦੇ 'ਚ ਤੁਹਾਡੀ ਗੁਜਰਾਨ ਚੰਗੀ ਚੱਲੇਗੀ। ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਜਿਹੜਾ ਪਖੰਡ ਹੈ, ਦੰਭ ਹੈ, ਉਸ ਪਖੰਡ ਤੇ ਦੰਭ ਨੂੰ ਤਿਆਗ ਦਿਓ। ਦੰਭ ਕਰਨਾ, ਪਖੰਡ ਕਰਨਾ, ਇਹ ਛਲ ਦੀ ਬਿਰਤੀ ਛੱਡ ਦਿਓ, ਤਿਆਗ ਦਿਓ। ਸ਼ੁੱਧ ਆਤਮੈ ਨਾਮ ਜਪ, ਇਸ ਪ੍ਰਕਾਰ ਗਤ ਹੋਏ। ਆਤਮਾ ਸ਼ੁੱਧ ਕਰਕੇ ਪਰਮੇਸ਼ਰ ਦਾ ਭਜਨ ਕਰ, ਇਉਂ ਤੇਰੀ ਗਤ ਹੋਵੇਗੀ, ਇਉਂ ਤੇਰੀ ਕਲਿਆਣ ਹੋਵੇਗੀ। ਚੌਪਈ ਵਾਹਿਗੁਰੂ ਜਪ ਵਰਤੋ ਦਰਬਾਰ। ਕਿਉਂਕਿ ਬਹੁਤ ਸਾਰਾ ਧਨ ਜਦੋਂ ਜ਼ਮੀਨ ਖੋਦੀ, ਇਹਦਾ ਆਪਣਾ ਤਾਂ ਇਹਨੂੰ ਮਿਲਿਆ, ਹੋਰ ਵੀ ਬੇਅੰਤ ਗੱਫੇ ਮਿਲ ਗਏ ਇਹਨੂੰ। ਮਹਾਰਾਜ ਜੀ ਕਹਿੰਦੇ ਧਨ ਤੈਨੂੰ ਮਿਲ ਗਿਆ, ਅੱਜ ਤੋਂ ਬਾਅਦ ਪਖੰਡ ਨਾ ਕਰੀ, ਛਲ ਨਾ ਕਰੀ, ਫਰੇਬ ਨਾ ਕਰੀ, ਔਰ ਵਾਹਿਗੁਰੂ ਦਾ ਜਾਪ ਜਪ ਕੇ ਇਸ ਧਨ ਨੂੰ ਖਰਚੀ। ਵੰਡ ਛਕਣ ਦੀ ਬਿਰਤੀ ਰੱਖੀ, ਤੇ ਨਾਲ ਨਾਮ ਜਪੀ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀ। ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਜਪ ਵਰਤੋ ਦਰਬਾ। ਇਸ ਵਾਹਿਗੁਰੂ ਦੇ ਜਾਪ ਨੂੰ ਜਪ ਕੇ ਇਸ ਧਨ ਨੂੰ ਖਰਚੀ। ਪਰ ਹਰ ਹਿਰਦੇ ਵਿਕਾਰਨ ਸਰਬਾ ਜਿਤਨੇ ਵਿਕਾਰ ਨੇ ਤੇਰੇ ਹਿਰਦੇ 'ਚ ਇਹਨਾਂ ਨੂੰ ਤਿਆਗੀ। ਪਰ ਹਰ ਦਾ ਮਤਲਬ ਇਹਨਾਂ ਦਾ ਤਿਆਗ ਕਰੀਂ, ਆਪਣੇ ਹਿਰਦੇ 'ਚੋਂ ਵਿਕਾਰਾਂ ਨੂੰ ਤਿਆਗ ਦੇਵੀਂ। ਪਾਛਲ ਅਗ ਬਖਸ਼ੇ ਤੁਝ ਤਾਈ। ਪੰਡਤ ਜੀ ਤੁਹਾਡੇ ਪਿਛਲੇ ਕੀਤੇ ਸਾਰੇ ਗੁਨਾਹ ਬਖਸ਼ੇ ਗਏ। ਮੇਰੇ ਸਤਿਗੁਰੂ ਜੀ ਹੈ ਨਹੀਂ ਐਸੇ ਦਿਆਲੂ, ਐਸੇ ਕਿਰਪਾਲੂ। ਮੇਰੇ ਸਤਿਗੁਰੂ ਪਿਛਲੇ ਗੁਨਾਹ ਬਖਸ਼ਦਿਆਂ ਦੇਰੀ ਨਹੀਂ ਲਾਉਂਦੇ। ਜਿਵੇਂ ਮੀਂਹ ਬਰਸਦਾ ਨਾ ਤੇ ਮੀਂਹ ਦੇ ਪੈਂਦਿਆਂ ਨਦੀਆਂ ਵਿੱਚ, ਨਾਲਿਆਂ ਵਿੱਚ, ਗਲੀਆਂ ਵਿੱਚ, ਟੋਬਿਆਂ 'ਚ ਪਾਣੀ ਭਰ ਕੇ ਉਛਲ ਕੇ ਗੰਗਾ 'ਚ ਜਾ ਪੈਂਦਾ। ਗਲੀਆਂ ਦਾ, ਨਾਲਿਆਂ ਦਾ, ਟੋਬਿਆਂ ਦਾ ਪਾਣੀ ਜਦੋਂ ਗੰਗਾ 'ਚ ਜਾ ਕੇ ਪੈਂਦਾ ਤੇ ਫਿਰ ਉਹ ਗੰਗਾ ਦਾ ਰੂਪ ਹੀ ਹੋ ਜਾਂਦਾ ਪਵਿੱਤਰ। ਇਉਂ ਸਤਿਗੁਰੂ ਜੀ ਦੀ ਸ਼ਰਨ 'ਚ ਜਿਹੜਾ ਆ ਜਾਏ, ਉਹ ਪਿੱਛੇ ਉਹਦੇ ਕੀ ਗੁਨਾਹ ਸੀ, ਪਿੱਛੇ ਉਹਦੀਆਂ ਕੀ ਖਾਮੀਆਂ ਸੀ, ਉਹ ਕਿਹੜੇ ਮਜ਼ਹਬ ਨਾਲ ਸੰਬੰਧ ਰੱਖਦਾ, ਕਿਹੜੇ ਧਰਮ ਨਾਲ, ਕਿਹੜੇ ਮਤ ਨਾਲ, ਮਹਾਰਾਜ ਜੀ ਇਹ ਨਹੀਂ ਵੇਖਦੇ। ਜਦੋਂ ਗੁਰੂ ਕੀ ਸੰਗਤ ਵਿੱਚ ਆ ਜਾਂਦਾ, ਸਤਿਗੁਰਾਂ ਦੀ ਸ਼ਰਨ ਵਿੱਚ, ਸਤਿਗੁਰੂ ਉਹਨੂੰ ਆਪਣੀ ਸੰਗਤ ਦਾ ਰੂਪ ਪਾ ਲੈਂਦੇ ਹਨ। ਸਤਿ ਸ੍ਰੀ ਅਕਾਲ। ਇਹ ਮੇਰੇ ਸਤਿਗੁਰਾਂ ਦੀ ਬਾਣ ਹੈ, ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਪੰਡਤ ਜੀ ਤੁਹਾਡੇ ਪਿਛਲੇ ਗੁਨਾਹ ਸਾਰੇ ਬਖਸ਼ੇ, ਪਰ ਅੱਗੇ ਤੋਂ ਮਾਰਗ ਤੇ ਚੱਲਿਓ। ਆਗੇ ਸਮਝ ਚਲੋ ਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ। ਪਿੱਛੇ ਜੋ ਬੀਤ ਗਿਆ ਉਹਦੇ ਤੋਂ ਤੋਬਾ ਕਰ, ਅੱਗੇ ਸਮਝ ਕੇ ਟੁਰ। ਹਾਂਜੀ ਬੌਰ ਨ ਕਰ ਸੋ ਆਏ ਦੁਖਦਾਈ। ਮਹਾਰਾਜ ਜੀ ਕਹਿੰਦੇ ਮੁੜ ਕੇ ਨਾ ਇਹ ਵਿਕਾਰਾਂ ਦਾ ਖਹਿੜਾ ਕਰੀ। ਇਹਨਾਂ ਵਿਕਾਰਾਂ ਦੇ ਪਿੱਛੇ ਹੁਣ ਮੁੜ ਕੇ ਨਾ ਪੰਡਤ ਜੀ ਚੱਲਿਓ। ਇਹ ਵਿਕਾਰ ਦੁਖਦਾਈ ਨੇ, ਬੜਾ ਹੀ ਦੁੱਖ ਦਿੰਦੇ ਐ। ਇਹਨਾਂ ਵਿੱਚੋਂ ਹਮੇਸ਼ਾ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਸਾਲ ਗ੍ਰਾਮ ਦੀਨ ਪੁਨ ਤਾਈ। ਉਹ ਜਿਹੜਾ ਸਾਲ ਗ੍ਰਾਮ ਲੁਪਤ ਕੀਤਾ ਮਹਾਰਾਜ ਜੀ ਨੇ ਉਹ ਵੀ ਪ੍ਰਗਟ ਕਰਕੇ ਦੇ ਦਿੱਤਾ। ਆਖਿਆ ਲਓ ਪੰਡਤ ਜੀ ਤੁਹਾਡਾ ਇਸ਼ਟ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਇਨਕੀ ਪੀਛੇ ਵਾਕਰ ਚਾਹੀ। ਮਹਾਰਾਜ ਜੀ ਕਹਿੰਦੇ ਇਹਦੇ ਕਰਕੇ ਤੂੰ ਪਖੰਡ ਕਰਦਾ ਇਸ ਪ੍ਰਕਾਰ ਦਾ। ਪਇਓ ਸਿੱਖ ਸਤਿਗੁਰ ਕੋ ਦਿਜ ਬਰ। ਅੱਜ ਤੋਂ ਬਾਅਦ ਇਹ ਪੰਡਤ ਕਹਿੰਦਾ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਮੇਰੇ ਗੁਰੂ ਹੋ। ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਮੇਰੇ ਗੁਰੂ ਹੋ। ਹਰ ਕਿਉ ਅਧਿਕ ਸ਼ਬਦ ਬੋ ਲਿਖ ਕਰ। ਮਹਾਰਾਜ ਜੀ ਦਾ ਇਹ ਸ਼ਬਦ ਜਿਹੜਾ ਸਤਿਗੁਰਾਂ ਨੇ ਉਚਾਰਿਆ ਇਹ ਵੀ ਲਿਖ ਲਿਆ ਪੰਡਤ ਜੀ ਨੇ। ਆਖਿਆ ਮਹਾਰਾਜ ਕਿਰਪਾ ਕਰੋ ਕੁਝ ਹੋਰ ਸ਼ਬਦ ਲਿਖਾ ਦਿਓ। ਸਤਿਗੁਰਾਂ ਨੇ ਜਿਹੜੀ ਬਾਣੀ ਪਹਿਲਾਂ ਉਚਾਰਨ ਕੀਤੀ ਹੋਈ ਉਹਦੇ ਵਿੱਚੋਂ ਬਹੁਤ ਸਾਰੇ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਨੇ ਪੰਡਤ ਜੀ ਨੂੰ ਪੜ੍ਹਨ ਵਾਸਤੇ ਲਿਖਵਾ ਦਿੱਤੇ। ਦੋਹਰਾ ਇਸ ਬਿਦ ਬਿਪਰ ਨਿਹਾਲ ਕਰ ਕੀਨੋ ਗਮਨ ਬਹੋਰ। ਇਸ ਤਰ੍ਹਾਂ ਪੰਡਤ ਨੂੰ ਨਿਹਾਲ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਥੋਂ ਅੱਗੇ ਨੂੰ ਚਾਲਾ ਮਾਰਿਆ। ਇੱਕ ਗ੍ਰਾਮ ਪਹੁੰਚਤ ਪਏ ਮੰਦ ਮਤੀ ਤੈ ਠੌਰ। ਸਤਿਗੁਰੂ ਜੀ ਇੱਕ ਪਿੰਡ ਵਿੱਚ ਆਏ ਜਿੱਥੇ ਮੰਦਮਤੀਏ ਲੋਕ ਰਹਿੰਦੇ।
ਮਾੜੀਆਂ ਬਿਰਤੀਆਂ ਦੇ ਲੋਕ, ਭੈੜੀ ਬਿਰਤੀ ਦੇ ਲੋਕ ਰਹਿੰਦੇ ਹਨ, ਉਸ ਪਿੰਡ ਚ ਆਏ। ਚੌਪਈ ਜੈ ਸਥਾਨ ਬੈਠੇ ਗੁਰ ਜਾਈ। ਉਸ ਪਿੰਡ 'ਚ ਜਦੋਂ ਆਏ, ਜਿਹੜੀ ਜਗ੍ਹਾ ਤੇ ਸਤਿਗੁਰੂ ਜੀ ਜਾ ਕੇ ਬੈਠਣ, ਅਸੀਂ ਕਰੇ ਤੈ ਮਾਨਵ ਆਈ। ਆ ਕੇ ਲੋਕ ਮਸ਼ਖਰੀਆਂ ਕਰਨਾ, ਆਹ ਵੇਖੋ ਸਾਧ ਬਣੇ ਫਿਰਦੇ, ਮਹਾਰਾਜ ਜੀ ਕੋਲ ਆਉਂਦੇ, ਆ ਕੇ ਮਸ਼ਖਰੀਆਂ ਕਰਦੇ, ਮਖੌਲ ਕਰਦੇ। ਦੀਨ ਉਠਾਏ ਅਵਰ ਥਲ ਗਏ। ਕਹਿੰਦੇ ਉੱਠੋ ਜੀ ਉੱਠੋ ਇੱਥੋਂ। ਮਹਾਰਾਜ ਜੀ ਉੱਥੋਂ ਉੱਠ ਕੇ ਪਿੰਡ ਦੇ ਦੂਜੇ ਥਾਂ ਤੇ ਆ ਕੇ ਬੈਠ ਗਏ। ਕਿਨੋਂ ਨਾ ਬੈਠਨ ਕੈ ਠਾਂ ਦਏ। ਉਹ ਵੀ ਆ ਗਏ, ਕਹਿੰਦੇ ਜੀ ਚਲੋ ਅਸੀਂ ਨਹੀਂ ਸਾਧਾਂ ਨੂੰ ਆਪਣੇ ਪਿੰਡ 'ਚ ਬਹਿਣ ਦਿੰਦੇ, ਚਲੋ ਇੱਥੋਂ। ਉੱਥੋਂ ਉੱਠੇ ਤੀਜੇ ਥਾਂ ਤੇ, ਉੱਥੋਂ ਵੀ ਸਾਰੇ ਪਿੰਡ ਵਾਲੇ ਇੱਕੋ ਜਿਹੇ, ਜਿੱਥੇ ਜਾ ਕੇ ਸਤਿਗੁਰੂ ਬੈਠਣ, ਮਹਾਰਾਜ ਜੀ ਨੂੰ ਬੈਠਣ ਨਾ ਦੇਣ ਕਿਸੇ ਜਗ੍ਹਾ ਤੇ ਵੀ। ਬਸਦੇ ਰਹੋ ਇਸੀ ਥਲ ਮਾਈ। ਮਹਾਰਾਜ ਜੀ ਜਦੋਂ ਜਾਣ ਲੱਗੇ ਨਾ ਉਸ ਪਿੰਡ 'ਚੋਂ, ਪਾਤਸ਼ਾਹ ਕਹਿੰਦੇ ਵਸਦੇ ਰਹੋ ਇੱਥੇ ਹੀ, ਇਸੇ ਪਿੰਡ 'ਚ ਹੀ ਵਸਦੇ ਰਹੋ, ਬਾਹਰ ਨਾ ਕਿਤੇ ਨਿਕਲ ਕੇ ਜਾਇਓ ਇੱਥੋਂ, ਆਪਣੇ ਵਰਗੇ ਹੋਰ ਬਣਾਓਗੇ ਜਾ ਕੇ। ਮਹਾਰਾਜ ਕਹਿੰਦੇ ਵਸਦੇ ਰਹੋ ਇੱਥੇ ਹੀ। ਹਾਂਜੀ। ਅਸ ਕੈ ਗਮਨ ਕੀਨ ਦੁਖ ਦਾਹੀ। ਇਹ ਕਹਿ ਕੇ ਉਹਨਾਂ ਨੂੰ ਕਿ ਵਸਦੇ ਰਹੋ। ਮਹਾਰਾਜ ਜੀ ਉੱਥੋਂ ਚਲੇ ਗਏ। ਆਵਾ ਪੁਨੇ ਆਗੇ ਇੱਕ ਗ੍ਰਾਮੋ। ਅੱਗੇ ਇੱਕ ਪਿੰਡ ਆਇਆ, ਗੁਰਮੁਖਾਂ ਦਾ ਪਿੰਡ, ਸੰਤ ਸੇਵੀਆਂ ਦਾ ਪਿੰਡ ਆਇਆ। ਬੈਠ ਗਏ ਸ਼ੁਭ ਥਲ ਸੁਖ ਧਾਮੋ। ਸੋਹਣੀ ਜੀ ਥਾਂ ਤੇ ਜਾ ਕੇ ਸਤਿਗੁਰੂ ਜੀ ਬੈਠ ਗਏ। ਸੰਤ ਸਰੂਪ ਲਖਿਓ ਨਰ ਆਏ। ਪਿੰਡ ਵਾਲਿਆਂ ਨੇ ਵੇਖਿਆ ਵੀ 3 ਸੰਤ ਮਹਾਤਮਾ ਸਾਡੇ ਪਿੰਡ ਆਏ ਨੇ। ਚਰਨ ਕਮਲ ਪਰ ਸੀਸ ਟਿਕਾਏ। ਪਿੰਡ ਵਾਲੇ ਆਏ, ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਉਹਨਾਂ ਨੇ ਸੀਸ ਟਿਕਾਇਆ। ਅਧਿਕ ਭਾਉ ਕਰ ਸੇਵਾ ਕੀਨੀ। ਬੜੇ ਭਾਉ ਨਾਲ, ਬੜੇ ਪ੍ਰੇਮ ਨਾਲ ਸੇਵਾ ਕੀਤੀ। ਨਿਸਮੈ ਨੀਕੀ ਜਾਗੈ ਦੀਨੀ। ਔਰ ਰਾਤ ਨੂੰ ਚੰਗੀ ਜਗ੍ਹਾ ਦਿੱਤੀ ਮਹਾਰਾਜ ਜੀ ਨੂੰ ਵਿਸ਼ਰਾਮ ਕਰਨ ਵਾਸਤੇ। ਤਬ ਸ਼੍ਰੀ ਨਾਨਕ ਬੈਣੀ ਉਚਾਰਾ। ਤੇ ਮਹਾਰਾਜ ਜੀ ਜਦੋਂ ਅਗਲੇ ਦਿਨ ਸਵੇਰੇ ਜਾਣ ਲੱਗੇ ਤੇ ਬਚਨ ਉਚਾਰਿਆ, ਏਓ ਗ੍ਰਾਮ ਉਜਰੇ ਗੋ ਸਾਰਾ। ਮਹਾਰਾਜ ਜੀ ਕਹਿਣ ਲੱਗੇ ਜਾਂਦਿਆਂ ਵੀ ਉਜੜ ਜਾਓ, ਜਾਂਦਿਆਂ ਇਹਨਾਂ ਨੂੰ ਕਹਿੰਦੇ ਵੀ ਉਜੜ ਜਾਓ। ਇਹ ਬਚਨ ਕਹਿ ਕੇ ਮਹਾਰਾਜ ਜੀ ਚਲੇ ਗਏ। ਜਾਏ ਬਹੁਤ ਗ੍ਰਾਮਨ ਮੈਂ ਬਸਈ। ਜਾ ਕੇ ਬਹੁਤੇ ਪਿੰਡਾਂ ਦੇ ਵਿੱਚ ਬਸੋ ਇੱਥੋਂ ਉਜੜ ਕੇ। ਇਹਾਂ ਬਾਸ ਸਭ ਹੀ ਕੋ ਨਸਈ। ਇੱਥੇ ਨਹੀਂ ਤੁਹਾਡਾ ਵਾਸਾ ਰਹਿਣਾ, ਮਹਾਰਾਜ ਕਹਿੰਦੇ ਹੋਰ ਪਿੰਡਾਂ 'ਚ ਜਾ ਕੇ ਬਸੋਗੇ। ਮਰਦਾਨਾ ਇਸ ਬਿਦ ਬਚ ਸੁਣ ਕੇ। ਭਾਈ ਮਰਦਾਨੇ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਬੋਲਿਓ ਤਬ ਸੰਸੈ ਮਨ ਗੁਣ ਕੇ। ਮਨ 'ਚ ਸੰਸਾ ਆ ਗਿਆ ਵੀ ਜਿਨ੍ਹਾਂ ਨੇ ਕੱਲ ਪੁੱਛਿਆ ਤੱਕ ਨਹੀਂ, ਸਗੋਂ ਨਰਾਦਰ ਕਰਕੇ ਉਠਾ ਦਿੱਤਾ, ਪਿੰਡ 'ਚ ਬਹਿਣ ਨਹੀਂ ਦਿੱਤਾ, ਉਹਨਾਂ ਨੂੰ ਕਹਿੰਦੇ ਵਸਦੇ ਰਹੋ। ਜਿਨ੍ਹਾਂ ਨੇ ਰਾਤ ਖਾਣ ਨੂੰ ਰੋਟੀਆਂ ਦਿੱਤੀਆਂ, ਪੈਣ ਨੂੰ ਮੰਜਾ ਬਿਸਤਰਾ ਦਿੱਤਾ, ਸੇਵਾ ਟਹਿਲ ਕੀਤੀ, ਤੇ ਉਹਨਾਂ ਨੂੰ ਕਹਿੰਦੇ ਉਜੜ ਜੋ। ਵੀ ਇਹ ਕੀ ਗੱਲ ਹੋਈ? ਮਨ 'ਚ ਬੜਾ ਸੰਸਾ ਆਇਆ ਭਾਈ ਮਰਦਾਨੇ ਦੇ। ਜਾਂ ਨਾਮ ਕੋ ਬੈਠਨ ਦੀਨੋ। ਜਿਨ੍ਹਾਂ ਨੇ ਸਾਨੂੰ ਬੈਠਣ ਹੀ ਨਹੀਂ ਦਿੱਤਾ, ਆਪਣੇ ਪਿੰਡ 'ਚ ਟਿਕਾਣਾ ਹੀ ਨਹੀਂ ਦਿੱਤਾ, ਬਸਦੇ ਰਹੋ ਕਹਿਨੇ ਅਸ ਕੀਨੋ। ਉਹਨਾਂ ਨੂੰ ਕਹਿੰਦੇ ਆ ਵਸਦੇ ਰਹੋ। ਵੀ ਇਹ ਗੱਲ, ਜਿਨ੍ਹਾਂ ਨੇ ਬੈਠਣ ਨਹੀਂ ਦਿੱਤਾ ਉਹਨਾਂ ਨੂੰ ਕਹਿੰਦੇ ਵਸਦੇ ਰਹੋ। ਔਰੋ ਸੇਵਾ ਕੀਨੀ ਜਹਵਾ। ਜਿਨ੍ਹਾਂ ਪਿੰਡ ਵਾਲਿਆਂ ਨੇ ਸੇਵਾ ਕੀਤੀ ਹੈ, ਉਜਰਨ ਕੋ ਸਰਾਪ ਦੇ ਤਹਿਵਾ। ਉਹਨਾਂ ਨੂੰ ਸਰਾਪ ਦੇ ਦਿੱਤਾ ਵੀ ਉਜੜ ਜਾਓ, ਜਾ ਕੇ ਬਹੁਤੇ ਪਿੰਡਾਂ 'ਚ ਵਸੋ। ਇਹ ਕਿਆ ਰੀਤ ਆਪਨੇ ਕੀਨੀ। ਕਹਿੰਦਾ ਮਹਾਰਾਜ ਇਹ ਕੀ ਰੀਤ ਹੈ, ਸਾਨੂੰ ਤਾਂ ਸਮਝ ਨਹੀਂ ਪਈ। ਮਨ ਮੇਰੇ ਮੈਂ ਪਰੇ ਨ ਚੀਨੀ। ਮੇਰੇ ਮਨ ਨੂੰ ਸਮਝ ਨਹੀਂ ਪਈ ਆਉਂਦੀ ਗੱਲ। ਦੋਹਰਾ ਗੁਰ ਕੈ ਨਰ ਇਸ ਗ੍ਰਾਮ ਕੇ। ਬਸੇ ਬੋਤ ਜੇ ਗ੍ਰਾਮ। ਮਹਾਰਾਜ ਜੀ ਕਹਿੰਦੇ ਮਰਦਾਨਾ ਇਸ ਪਿੰਡ ਦੇ ਲੋਕ ਜਦੋਂ ਬਹੁਤਿਆਂ ਪਿੰਡਾਂ 'ਚ ਹੋਰਾਂ 'ਚ ਜਾ ਕੇ ਵਸਣਗੇ, ਸੁਮਤ ਸਿਖਾਵੇਂ ਸਭਨ ਕੋ। ਬਦੇ ਧਰਮ ਅਬਿਰਾਮ। ਜਿੱਥੇ ਜਾਣਗੇ ਆਪਣੇ ਵਰਗੀ ਸੁਮਤ ਹੋਰਾਂ ਨੂੰ ਵੀ ਸਿਖਾਉਣਗੇ, ਧਰਮ ਵਧੇਗਾ। ਹੋਰਾਂ ਨੂੰ ਵੀ ਸੁਮਤ ਸਿਖਾਉਣਗੇ ਆਪਣੇ ਵਾਲੀ, ਤੇ ਧਰਮ ਵਧੇਗਾ, ਉਹਦਾ ਪ੍ਰਕਾਸ਼ ਹੋਵੇਗਾ। ਜੋ ਪਈ ਤਿਸੀ ਗ੍ਰਾਮ ਕੇ ਨਰ ਜੇ ਜਾਵੇ। ਤੇ ਜਿਹੜੇ ਉਹ ਪਿਛਲੇ ਪਿੰਡ ਵਾਲੇ ਸੀ ਜਿਨ੍ਹਾਂ ਨੂੰ ਕਿਹਾ ਵਸਦੇ ਰਹੋ, ਜੇ ਉਹ ਜਾਣਗੇ ਕਿਸੇ ਪਿੰਡ 'ਚ, ਦੇਖੈ ਕੁਮਤ ਕੁਕਰਮ ਚਲਾਵੇ। ਉਹ ਆਪਣੇ ਵਰਗੀ ਖੋਟੀ ਮਤ ਦੇਣਗੇ ਹੋਰਾਂ ਨੂੰ। ਇਸ ਕਰਕੇ ਉਹਨਾਂ ਨੂੰ ਕਿਹਾ ਵੀ ਇੱਥੇ ਹੀ ਵਸਦੇ ਰਹੋ ਜਿੱਥੇ ਰਹਿੰਦੇ ਹੋ ਤੁਸੀਂ। ਹਾਂਜੀ। ਬਿਗਰੇ ਆਪੇ
ਅਪਰ ਬਿਗਾਰੇ ਆਪ ਤਾਂ ਵਿਗੜੇ ਹੀ ਨਹੀਂ, ਹੋਰਾਂ ਨੂੰ ਵੀ ਵਿਗਾੜਨਗੇ ਜਾਣਗੇ ਤਾਂ। ਪਰ ਲੋਕੇ ਸੁਖ ਮੂਲੇ ਉਖਾਰੇ ਔਰ ਪਰਲੋਕ ਦਾ ਸੁੱਖ ਆਪਣਾ ਜੜੋਂ ਪੁੱਟ ਲੈਣਗੇ। ਲੰਪਟ ਲੋਭ ਕੂਰ ਅਨੁਸਰੀ ਔਰ ਝੂਠ ਦੇ ਲੋਭ ਦੇ ਵਿੱਚ ਲੰਪਟ ਹੋ ਕੇ ਚੱਲ ਰਹੇ ਨੇ। ਸੰਤ ਅਤਿਥੀ ਕੀ ਸੇਵ ਨ ਕਰੇ ਕਿਸੇ ਮਹਾਂਪੁਰਸ਼ ਅਤਿਥੀ ਦੀ ਸੇਵਾ ਨਹੀਂ ਕਰਦੇ। ਇਸ ਦਿਨ ਵਿਖੀਆਂ ਵਿਖੇ ਬਿਤਾਵੇ ਰਾਤ ਦਿਨ ਵਿਸ਼ਿਆਂ ਵਿਕਾਰਾਂ 'ਚ ਹੀ ਬਤੀਤ ਕਰਦੇ ਹਨ। ਅੰਤਕ ਤੈ ਅੰਤੇ ਦੁਖ ਪਾਵੇ ਅੰਤ ਨੂੰ ਅੰਤ ਕੇ ਧਾਮ ਨੂੰ ਜਾਣਗੇ। ਮਰਦਾਨਾ ਕਹਿ ਜੇ ਤੁਧ ਭਾਵੇ ਮਹਾਰਾਜ ਜੀ, ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੀ ਜੇ ਤੁਹਾਨੂੰ ਭਾਵੇ ਤੋ ਉਹਨਾਂ ਕਾ ਪੀ ਮੋਖ ਕਰਾਵੇ। ਮਹਾਰਾਜ ਜੇ ਤੁਹਾਨੂੰ ਭਾਵੇ ਤੇ ਉਹ ਜਿਹੜੇ ਪਿਛਲੇ ਪਿੰਡ ਵਾਲੇ ਸੀ, ਤੁਸੀਂ ਉਹਨਾਂ ਨੂੰ ਵੀ ਮੁਕਤੀ ਦਾ ਦਾਨ ਦੇ ਸਕਦੇ ਹੋ। ਇਹੋ ਜਿਹੇ ਸਮਰੱਥ ਹੋ ਮਹਾਰਾਜ, ਉਹਨਾਂ ਦਾ ਵੀ ਮੋਖ ਕਲਿਆਣ ਕਰ ਸਕਦੇ ਹੋ। ਤੈ ਚਿਨ ਬੋਤੇ ਨਰਨ ਮਜਾਰਾ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਗੁਰ ਉਚਰਿਓ ਸ਼ਬਦ ਮਲਾਰਾ ਰਾਗ ਮਲਾਰ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਉਹ ਪਾਵਨ ਸ਼ਬਦ ਜੋ ਗੁਰਦੇਵ ਨੇ ਰਾਗ ਮਲਾਰ ਵਿੱਚ ਉਚਾਰਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਸ਼ਬਦ ਪਾਤਸ਼ਾਹ ਉਚਾਰਨ ਕਰ ਰਹੇ ਨੇ। ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਕੱਲ ਸ਼ਾਮ ਤੋਂ ਸੋਮਵਾਰ ਤੋਂ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਇਤਿਹਾਸ ਦੀ ਕਥਾ 5 ਵਜੇ ਦੀ ਬਜਾਏ 5:15 ਵਜੇ ਤੋਂ 6:15 ਵਜੇ ਤੱਕ ਹੋਵੇਗੀ। 6:15 ਤੋਂ 7:05 ਤੱਕ ਸੋਦਰ ਦੀ ਚੌਂਕੀ, 7:05 ਤੋਂ 7:50 ਤੱਕ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਔਰ ਸਾਰੀ ਸਮਾਪਤੀ ਜੋ ਹੈ ਉਹ 10:15 ਵਜੇ ਤੱਕ ਹੋਵੇਗੀ। ਕੱਲ ਇਤਿਹਾਸ ਦੀ ਕਥਾ 5:15 ਤੋਂ 6:15 ਵਜੇ ਤੱਕ ਹੋਵੇਗੀ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰਨੀਆਂ। ਦੂਸਰੀ ਬੇਨਤੀ ਹੈ, 3 ਜੂਨ ਨੂੰ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ। ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਅੱਜ ਤੋਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੰਗਤੀ ਰੂਪ ਦੇ ਵਿੱਚ ਜੋ ਛੋਟਾ ਦੀਵਾਨ ਹਾਲ ਹੈ ਉੱਥੇ ਸੁਖਮਣੀ ਸਾਹਿਬ ਦੇ ਪਾਠ ਹੋਇਆ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸੁਖਮਣੀ ਸਾਹਿਬ ਦੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜਾ ਨਾਮ ਦਾਨ ਰਾਖੋਈਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ
ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਗੁਰੂ ਬੰਦਨਾਇਨ ਕਬਰ शरण परों हर राय ब्रह्म कुटिय नानक साधु संग दुतिया फिरत फिरत प्रभ